सारी संगत गज के फतेह बुलाउणा करिए जी। वाहिगुरु जी का खालसा वाहिगुरु जी की फतेह। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਰਹਿਮਤ ਕਿਰਪਾ ਸਦਕਾ ਅੰਮ੍ਰਿਤ ਵੇਲੇ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਆਓ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹੋਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੀ ਵਿਚਾਰ ਸ਼ਰਾਵਣ ਕਰਦੇ ਹੋਏ ਗੌੜੀ ਰਾਗ ਦੇ ਅੰਦਰ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਵੋਹਿਤ ਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ 197 ਅੰਗ ਤੇ ਮਹਾਰਾਜ ਜੀ ਸਿੱਖ ਸੰਗਤਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਹਰ ਹਰ ਨਾਮ ਮੱਜਨ ਕਰ ਸੂਚੇ। ਕਹਿਣ ਲੱਗੇ ਮਹਾਰਾਜ ਜੀ, ਹੇ ਭਾਈ, ਹਰੇਕ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦੇ ਨਾਮ ਰੂਪੀ ਜਲ ਵਿੱਚ ਮੱਜਨ ਹੁੰਦਾ ਟੂਬੀ ਲਾ ਕੇ ਇਸ਼ਨਾਨ ਕਰਨ ਨਾਲ ਜੋ ਪੁਰਸ਼ ਸੁੱਚੇ ਪਵਿੱਤਰ ਹੋਏ ਹਨ। ਕੋਟ ਗ੍ਰਹਿਣ ਪੁੰਨ ਫਲ ਮੂਚੇ ਕਿ ਉਹਨਾਂ ਨੂੰ ਕਰੋੜਾਂ ਹੀ ਸੂਰਜ ਚੰਦਰਮਾ ਦਾ ਪਰਦੇ ਵਿੱਚ ਆ ਜਾਣਾ। ਇਹਨਾਂ ਗ੍ਰਹਿਣਾਂ ਦੇ ਸਮੇਂ ਸ਼ੁਭ ਕਰਮ ਕਰਨ ਦੇ ਫਲ, ਸ਼ੁਭ ਕਰਮ ਕਰਨ ਦੇ ਲਾਭ ਨਾਲੋਂ ਕਿਤੇ ਅਧਿਕ ਕਿਤੇ ਬਹੁਤੇ ਫਲ ਪ੍ਰਾਪਤ ਹੁੰਦੇ ਹਨ। ਇਹ ਫੋਕਟ ਕਰਮ ਹਨ ਕਿ ਜਿਹੜਾ ਚੰਦਰਮਾ ਜਾਂ ਸੂਰਜ ਗ੍ਰਹਿਣ ਵੇਲੇ ਕੋਈ ਕਿਰਿਆ ਕਰਮ ਕਰਨਾ ਹੈ, ਮਹਾਰਾਜ ਜੀ ਨੇ ਇਹਨਾਂ ਨੂੰ ਫੋਕਟ ਕਰਮ ਕਿਹਾ ਹੈ। ਕ੍ਰਿਤਮ ਪੂਜਾ ਹੈ ਨਾਮ ਜਪਣਾ, ਕਰਤੇ ਦੀ ਪੂਜਾ ਹੈ, ਪਰ ਜਿਹੜੇ ਫੋਕਟ ਕਰਮ ਹਨ ਇਹ ਨਿਸਫਲ ਹਨ। ਹਰ ਕੇ ਚਰਨ ਹਿਰਦੈ ਮੈਂ ਬਸੇ। ਮਹਾਰਾਜ ਜੀ ਕਹਿਣ ਲੱਗੇ, ਜਿਨ੍ਹਾਂ ਦੇ ਹਿਰਦੇ ਵਿੱਚ ਹਰ ਕੇ ਚਰਨ ਹਰੀ ਪਰਮੇਸ਼ਰ ਦੇ ਚਰਨ ਕਮਲ ਵਸਦੇ ਹਨ, ਭਾਵ ਹਰੀ ਪਰਮੇਸ਼ਰ ਦਾ ਨਾਮ ਵਸ ਜਾਂਦਾ ਹੈ, ਉਪਦੇਸ਼ ਵਸ ਜਾਂਦਾ ਹੈ, ਉਹਨਾਂ ਦੇ ਜਨਮ ਜਨਮ ਕੇ ਕਿਲ ਵਿਖ ਨਸੇ, ਉਹਨਾਂ ਦੇ ਜਨਮਾਂ ਜਨਮਾਤਰਾਂ ਦੇ ਕਿਲ ਵਿਖ ਪਾਪ ਨਸੇ ਹੁੰਦਾ ਦੌੜ ਜਾਂਦੇ ਹਨ। ਹਰ ਹਰ ਨਾਮ ਮੱਜਨ ਕਰ ਸੂਚੇ, ਕੋਟ ਗ੍ਰਹਿਣ ਫੁੱਲ ਪੁੰਨ ਫਲ ਮੂਚੇ। ਕਿ ਹੇ ਭਾਈ, ਹਰੇਕ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦੇ ਨਾਮ ਰੂਪੀ ਜਲ ਵਿੱਚ ਟੂੰਬੀ ਲਾ ਕੇ ਇਸ਼ਨਾਨ ਕਰਨ ਨਾਲ ਕਿ ਜੋ ਪੁਰਸ਼ ਪਵਿੱਤਰ ਹੋਏ ਹਨ ਉਹਨਾਂ ਨੂੰ ਕਰੋੜਾਂ ਹੀ ਗ੍ਰਹਿਣ ਕਿ ਸੂਰਜ ਗ੍ਰਹਿਣ, ਚੰਦਰਮਾ ਗ੍ਰਹਿਣ ਦੇ ਪਰਦੇ ਆ ਜਾਣਾ। ਇਹਨਾਂ ਗ੍ਰਹਿਣ ਆਦਿਕਾਂ ਦੇ ਸਮੇਂ ਸ਼ੁਭ ਕਰਮ ਕਰਨੇ ਕਿ ਸ਼ੁਭ ਕਰਮ ਕਰਨ ਦੇ ਲਾਭ ਨਾਲੋਂ ਕਿਤੇ ਅਧਿਕ ਫਲ ਪ੍ਰਾਪਤ ਹੁੰਦਾ ਹੈ। ਜਿਹੜਾ ਨਾਮ ਰੂਪੀ ਜਲ ਦੇ ਵਿੱਚ ਇਸ਼ਨਾਨ ਕਰਦਾ ਹੈ ਕਿ ਇਸ ਨਾਮ ਦੇ ਜਲ ਦੇ ਵਿੱਚ ਇਸ਼ਨਾਨ ਕਰਨ ਨਾਲ ਇਹਨਾਂ ਸੂਰਜ ਦੇ ਗ੍ਰਹਿਣਾਂ ਦੇ ਸਮੇਂ ਜਿਹੜੇ ਇਸ਼ਨਾਨ ਕਰਦੇ ਹਨ, ਪੁੰਨ ਦਾਨ ਕਰਦੇ ਹਨ, ਕਿ ਉਹਨਾਂ ਨੂੰ ਕਿਤੇ ਜ਼ਿਆਦਾ ਫਲ ਪ੍ਰਾਪਤ ਹੁੰਦੇ ਹਨ। ਹਰ ਕੇ ਚਰਨ ਹਿਰਦੈ ਮੈਂ ਵਸੇ, ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਕਿ ਪਰਮੇਸ਼ਰ ਦੀ ਬਾਣੀ ਦਾ ਉਪਦੇਸ਼ ਵਸ ਜਾਂਦਾ ਹੈ, ਉਹਨਾਂ ਦੇ ਜਨਮਾਂ ਜਨਮਾਤਰਾਂ ਦੇ ਪਾਪ ਨਾਸ ਹੋ ਜਾਂਦੇ ਹਨ, ਦੌੜ ਜਾਂਦੇ ਹਨ। ਸਾਧ ਸੰਗ ਕੀਰਤਨ ਫਲ ਪਾਇਆ। ਮਹਾਰਾਜ ਜੀ ਕਹਿਣ ਲੱਗੇ, ਜਿਨ੍ਹਾਂ ਨੇ ਸਤ ਸੰਗਤ ਦੁਆਰਾ ਕੀਰਤਨ ਨੂੰ, ਜਸ ਨੂੰ, ਗਿਆਨ ਰੂਪੀ ਫਲ ਪ੍ਰਾਪਤ ਕੀਤਾ ਹੈ। ਸਾਧ ਸੰਗ ਕੀਰਤਨ ਫਲ ਪਾਇਆ। ਹੈ ਭਾਈ, ਜਿਨ੍ਹਾਂ ਨੇ ਸਾਧ ਸੰਗਤ ਦੁਆਰਾ, ਸਤ ਸੰਗਤ ਦੁਆਰਾ ਪਰਮੇਸ਼ਰ ਦਾ ਕੀਰਤਨ, ਪਰਮੇਸ਼ਰ ਦਾ ਜਸ ਕਰਕੇ ਬ੍ਰਹਮ ਗਿਆਨ ਰੂਪੀ ਫਲ ਪ੍ਰਾਪਤ ਕਰ ਲਿਆ ਹੈ, ਉਹਨਾਂ ਨੂੰ ਮੁੜ ਜਮਰਾਜ ਦਾ, ਕਾਲ ਦਾ ਰਸਤਾ ਨਿਗਾਹ ਨਹੀਂ ਆਉਂਦਾ। ਜੈਸਾ ਕਿ
ਜਹ ਲਾਲਚ ਜਗਾਤੀ ਘਾਟ, ਦੂਰ ਰਹੀ ਉਹ ਜਨ ਤੇ ਬਾਟ। ਕਿ ਜਿਨ੍ਹਾਂ ਨੂੰ ਸਤ ਸੰਗਤ ਦੁਆਰਾ ਬ੍ਰਹਮ ਗਿਆਨ ਦਾ ਫਲ ਪ੍ਰਾਪਤ ਹੋਇਆ ਹੈ, ਜਹ ਲਾਲਚ, ਉਹਨਾਂ ਨੂੰ ਕੋਈ ਲਾਲਚ ਨਹੀਂ ਰਹਿੰਦਾ। ਜਗਾਤੀ ਘਾਟ, ਉਹਨਾਂ ਨੂੰ ਕੋਈ ਜਗਾਤ ਨਹੀਂ ਲਾਉਂਦਾ ਮਸੂਲੀਆ। ਦੂਰ ਰਹੀ ਉਹ ਜਨ ਤੇ ਬਾਟ, ਕਿ ਉਹਨਾਂ ਦੀ ਜਿਹੜਾ ਰਸਤਾ ਹੈ ਉਹ ਪਰਮੇਸ਼ਰ ਨਾਲ ਮਿਲਣ ਦਾ ਬਣ ਜਾਂਦਾ ਹੈ। ਮਨ ਬਚ ਕਰਮ ਗੋਬਿੰਦ ਆਧਾਰ, ਜਿਨ੍ਹਾਂ ਨੂੰ ਬਚ ਬਚਨਾ ਬਾਣੀ ਕਰਮਾਂ ਸਰੀਰ ਕਰਕੇ ਪਰਮੇਸ਼ਰ ਦੇ ਨਾਮ ਦਾ ਆਸਰਾ ਹੈ। ਮਾਨ ਬਚ ਕਰਮ ਗੋਬਿੰਦ ਆਧਾਰ, ਜਿਨ੍ਹਾਂ ਨੂੰ ਬਚਨਾ ਭਾਵ ਬਾਣੀ ਤੇ ਕਰਮਾਂ ਸਰੀਰ ਕਰਕੇ ਪਰਮੇਸ਼ਰ ਦੇ ਨਾਮ ਦਾ ਆਸਰਾ ਹੈ। ਗੋਜ ਅਰਥ ਹਨ ਕਿ ਮਨ ਬਚ ਕਰਮ ਗੋਬਿੰਦ ਆਧਾਰ, ਜਿਨ੍ਹਾਂ ਨੂੰ ਮਨ ਬਚ ਬਚਨਾ ਕਰਕੇ, ਬਾਣੀ ਕਰਕੇ, ਬੋਲਣੇ ਕਰਕੇ, ਸਰੀਰ ਕਰਕੇ ਪਰਮੇਸ਼ਰ ਦੇ ਨਾਮ ਦਾ ਆਸਰਾ ਹੈ। ਕਿ ਜਿਨ੍ਹਾਂ ਨੇ ਮਨ ਦੇ ਵਿੱਚ ਤੇ ਬਚਨਾ ਬੋਲਣ ਦੇ ਵਿੱਚ ਸਰੀਰ ਕਰਕੇ ਪਰਮੇਸ਼ਰ ਦਾ ਨਾਮ ਹੈ, ਨਾਮ ਦਾ ਆਸਰਾ ਹੈ, ਤਾਂ ਤੇ ਛੁੱਟਿਓ ਬਿਖ ਸੰਸਾਰ। ਤਿਸ ਕਰਕੇ ਉਹ ਮਾਇਆ ਦੇ ਮੋਹ ਦੀ ਤ੍ਰਿਸ਼ਨਾ ਦੀ ਈਰਖਾ ਦੀ ਸ਼ਬਦ ਦੀ ਕਾਮ ਆਦਿਕ ਜ਼ਹਿਰ ਰੂਪੀ ਜਗਤ ਤੋਂ ਛੁੱਟ ਗਏ ਹਨ। ਮਨ ਬਚ ਕਰਮ ਗੋਬਿੰਦ ਆਧਾਰ, ਤਾਂ ਤੇ ਛੁੱਟਿਓ ਬਿਖ ਸੰਸਾਰ। ਕਿ ਜਿਨ੍ਹਾਂ ਨੂੰ ਬਚਨਾ ਬਾਣੀ ਕਰਕੇ, ਕਰਮਾਂ ਕਰਕੇ, ਸਰੀਰ ਕਰਕੇ ਪਰਮੇਸ਼ਰ ਦੇ ਨਾਮ ਦਾ ਆਸਰਾ ਹੈ, ਤਿਸ ਕਰਕੇ ਉਹ ਮਾਇਆ ਦੇ ਮੋਹ ਦੀ ਤ੍ਰਿਸ਼ਨਾ ਦੀ ਈਰਖਾ ਦੀ ਕਾਮ ਆਦਿਕਾਂ ਦੀ ਵਿਉ ਰੂਪੀ ਜ਼ਹਿਰ ਸੰਸਾਰ ਤੋਂ ਛੁੱਟ ਗਏ ਹਨ। ਕਰ ਕਿਰਪਾ ਪ੍ਰਭ ਕੀਨੋ ਆਪਣਾ, ਕਰ ਕਿਰਪਾ ਪ੍ਰਭ ਕੀਨੋ ਆਪਣਾ, ਜਿਨ੍ਹਾਂ ਨੂੰ ਕਿਰਪਾ ਦ੍ਰਿਸ਼ਟੀ ਕਰਕੇ ਪਰਮੇਸ਼ਰ ਨੇ ਆਪਣਾ ਬਣਾਉਣਾ ਕੀਤਾ ਹੈ। ਕਰ ਕਿਰਪਾ ਪ੍ਰਭ ਕੀਨੋ ਆਪਣਾ, ਜਿਨ੍ਹਾਂ ਨੂੰ ਦਇਆ ਦ੍ਰਿਸ਼ਟੀ ਕਰਕੇ, ਕਿਰਪਾ ਕਰਕੇ ਪਰਮੇਸ਼ਰ ਨੇ ਆਪਣਾ ਬਣਾਉਣਾ ਕੀਤਾ ਹੈ। ਨਾਨਕ ਜਾਪ ਜਪੇ ਹਰ ਜਪਨਾ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹ ਜਾਪਣੇ ਯੋਗ ਪਰਮੇਸ਼ਰ ਦੇ ਨਾਮ ਦਾ ਜਾਪ ਜਪਦੇ ਹਨ, ਜਿਨ੍ਹਾਂ ਨੂੰ ਦਇਆ ਦ੍ਰਿਸ਼ਟੀ ਕਰਕੇ ਪਰਮੇਸ਼ਰ ਨੇ ਆਪਣਾ ਬਣਾਉਣਾ ਕੀਤਾ ਹੈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹ ਜਾਪਣੇ ਯੋਗ ਪਰਮੇਸ਼ਰ ਦੇ ਨਾਮ ਦਾ ਜਾਪ ਜਪਦੇ ਹਨ। ਗੌੜੀ ਮਹੱਲਾ ਪੰਜਵਾ। ਪਉ ਸਰਣਾਈ ਜਿਨ ਹਰ ਜਾਤੇ, ਮਨ ਤਨ ਸੀਤਲ ਚਰਨ ਹਰ ਰਾਤੇ। ਭੈ ਭੰਜਨ ਪ੍ਰਭ ਮਨ ਨਾ ਬਸਾਹੀ, ਡਰਪਤ ਡਰਪਤ ਜਨਮ ਬਹੁਤ ਜਾਹੀ ਰਹਾਉ। ਜਾਂ ਕੈ ਹਿਰਦੈ ਬਸਿਓ ਹਰ ਨਾਮ, ਸਗਲ ਮਨੋਰਥ ਤਾਂ ਕੇ ਪੂਰਨ ਕਾਮ। ਜਨਮ ਜਰਾ ਮਿਰਤ ਜਿਸ ਵਾਸ, ਸੋ ਸਮਰੱਥ ਸਿਮਰ ਸਾਸ ਗਰਾਸ। ਮੀਤ ਸਾਜਨ ਸਖਾ ਪ੍ਰਭ ਏਕ, ਨਾਮ ਸੁਆਮੀ ਕਾ ਨਾਨਕ ਟੇਕ। ਮੀਤ ਸਾਜਨ ਸਖਾ ਪ੍ਰਭ ਏਕ, ਨਾਮ ਸੁਆਮੀ ਕਾ ਨਾਨਕ ਟੇਕ। ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਵਿੱਤਰ ਬਾਣੀ ਇਸ ਸੰਸਾਰ ਦੇ ਜੀਵਾਂ ਨੂੰ ਤਾਰਨ ਵਾਸਤੇ ਉਪਦੇਸ਼ ਬਖਸ਼ਿਸ਼ ਕਰ ਰਹੀ ਹੈ। ਇਹ ਜੀਵ ਆਇਆ ਹੈ ਸੰਸਾਰ ਤੇ ਮਨੁੱਖਾ ਜਨਮ ਦੀ ਬਾਜੀ ਜਿੱਤਣ ਵਾਸਤੇ।
ਕਿ ਮਨੁੱਖਾ ਜਨਮ ਦੇ ਵਿੱਚ ਹੀ ਇਹ ਜੀਵ ਸੰਸਾਰ ਸਮੁੰਦਰ ਤੋਂ ਤਰ ਸਕਦਾ ਹੈ, ਪਰ ਖਸਮ ਛੋੜ ਦੂਜੇ ਲੱਗੇ ਡੂਬੇ ਸੇ ਵਣਜਾਰਿਆ। ਉਸ ਖਸਮ ਪਰਮੇਸ਼ਰ ਨੂੰ ਛੱਡ ਕੇ ਦੂਜੇ ਭਾਵ ਦੇ ਵਿੱਚ, ਦਵੈਤ ਦੇ ਵਿੱਚ ਲੱਗ ਕੇ ਜਾਂ ਹੋਰ ਦੀ ਪੂਜਾ, ਦੇਵੀ ਦੇਵਤਿਆਂ ਦੀ ਪੂਜਾ ਦੇ ਵਿੱਚ ਲੱਗਿਆ ਫਿਰਦਾ ਹੈ। ਇੱਕ ਪਰਮੇਸ਼ਰ ਨੇ ਹੀ ਇਸ ਦਾ ਆਧਾਰ ਕਰਨਾ ਹੈ। ਜੇ ਪੂਰਾ ਗੁਰੂ ਮਿਲ ਜੇ, ਗੁਰੂ ਇਸ ਨੂੰ ਨਾਮ ਦੀ ਦਾਤ ਬਖਸ਼ ਦੇਵੇ, ਤਾਂ ਇਹ ਜੀਵ ਸੰਸਾਰ ਸਮੁੰਦਰ ਤੋਂ ਛੁੱਟ ਸਕਦਾ ਹੈ। ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਿੱਖਾਂ ਨੂੰ ਪੂਰਨ ਗੁਰੂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਵਿੱਤਰ ਦੇਹ ਬਖਸ਼ਿਸ਼ ਕੀਤੀ ਹੈ। ਗੁਰਤਾ ਗੱਦੀ ਦੇ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਿੱਖਾਂ ਨੂੰ ਕਿਹਾ ਸੀ, ਸਭ ਸਿੱਖਣ ਕੋ ਹੁਕਮ ਹੈ। ਮਹਾਰਾਜ ਜੀ ਕਹਿਣ ਲੱਗੇ, ਸਾਰੇ ਸਿੱਖਾਂ ਨੂੰ ਹੁਕਮ ਹੈ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਕਿ ਸਾਥੋਂ ਬਾਅਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰੂ ਮੰਨਣਾ ਹੈ। ਪ੍ਰਗਟ ਗੁਰਾਂ ਕੀ ਦੇਹ, ਇਹ ਦੇਹ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਗਟ ਹੈ, ਉਪਦੇਸ਼ ਦਿੰਦੀ ਹੈ, ਨਾਮ ਦੀ ਦਾਤ ਬਖਸ਼ਦੀ ਹੈ, ਤੇ ਬਾਣੀ ਦੁਆਰਾ ਉਪਦੇਸ਼ ਬਖਸ਼ਦੀ ਹੈ, ਕੀ ਕਰਨਾ ਹੈ ਕੀ ਨਹੀਂ ਕਰਨਾ। ਗੁਰੂ ਦੀ ਸਿੱਖਿਆ ਲੈ ਕੇ, ਗੁਰੂ ਦੀ ਬਾਣੀ ਦੀ ਵਿਚਾਰ ਕਰਕੇ, ਗੁਰੂ ਦੇ ਦੱਸੇ ਹੋਏ ਜੇ ਨਾਮ ਤੇ ਇਹ ਜੀਵ ਚੱਲੇਗਾ, ਤਾਂ ਇਹ ਸੰਸਾਰ ਸਮੁੰਦਰ ਤੋਂ ਤਰ ਜਾਏਗਾ। ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਸਿੱਖਾਂ ਨੂੰ ਸਮਝਾਉਣਾ ਕੀਤਾ ਹੈ, ਪਉ ਸਰਨਾਈ ਜਿਨ ਹਰ ਜਾਤੇ। ਕਹਿਣ ਲੱਗੇ, ਹੈ ਭਾਈ, ਉਹਨਾਂ ਸੰਤ ਜਨਾਂ ਦੀ ਸ਼ਰਨ ਵਿੱਚ ਪੈਣਾ ਕਰੋ, ਉਹਨਾਂ ਗੁਰੂਆਂ ਦੀ ਸ਼ਰਨ ਵਿੱਚ ਪੈਣਾ ਕਰੋ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਜਾਣ ਲਿਆ ਹੈ। ਮਨ ਤਨ ਸੀਤਲ ਚਰਨ ਹਰ ਰਾਤੇ, ਜੋ ਪਰਮੇਸ਼ਰ ਦੇ ਚਰਨਾਂ ਕਮਲਾਂ ਨਾਲ, ਭਾਵ ਪਰਮੇਸ਼ਰ ਦੇ ਨਾਮ ਦੇ ਨਾਲ ਰੰਗੇ ਗਏ ਹਨ। ਉਹਨਾਂ ਦਾ ਮਨ, ਉਹਨਾਂ ਦਾ ਤਨ, ਸਰੀਰ ਸ਼ਾਂਤੀ ਰੂਪ ਠੰਡਾ ਹੋ ਗਿਆ ਹੈ। ਪਉ ਸਰਨਾਈ ਜਿਨ ਹਰ ਜਾਤੇ, ਮਨ ਤਨ ਸੀਤਲ ਚਰਨ ਹਰ ਰਾਤੇ। ਕਿ ਹੈ ਭਾਈ, ਉਹਨਾਂ ਸੰਤ ਜਨਾਂ ਦੀ, ਉਹਨਾਂ ਗੁਰੂਆਂ ਦੀ ਸ਼ਰਨ ਵਿੱਚ ਪੈਣਾ ਕਰੋ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਜਾਣ ਲਿਆ ਹੈ, ਜੋ ਪਰਮੇਸ਼ਰ ਦੇ ਚਰਨਾਂ ਕਮਲਾਂ ਨਾਲ, ਭਾਵ ਪਰਮੇਸ਼ਰ ਦੇ ਨਾਮ ਦੇ ਨਾਲ ਰੰਗੇ ਗਏ ਹਨ। ਉਹਨਾਂ ਦਾ ਮਨ ਤੇ ਉਹਨਾਂ ਦਾ ਤਨ ਸਰੀਰ ਸ਼ਾਂਤੀ ਰੂਪ ਠੰਡਾ ਹੋ ਗਿਆ ਹੈ। ਭੈ ਭੰਜਨ ਪ੍ਰਭ ਮਨ ਨਾ ਬਸਾਈ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਹੈ ਭਾਈ, ਜਿਹੜਾ ਪਰਮੇਸ਼ਰ ਜਨਮ ਮਰਨ ਦੇ ਡਰ ਨੂੰ ਭੰਜਨ ਵਾਲਾ ਹੈ, ਨਾਸ ਕਰਨ ਵਾਲਾ ਹੈ। ਭੈ ਭੰਜਨ ਪ੍ਰਭ ਮਨ ਨਾ ਬਸਾਈ। ਹੈ ਭਾਈ, ਜਿਹੜਾ ਪਰਮੇਸ਼ਰ ਜਨਮ ਮਰਨ ਦੇ ਨਾਸ ਕਰਨ ਵਾਲਾ ਹੈ, ਉਸ ਨੂੰ ਤੂੰ ਮਨ ਨਾ ਬਸਾਈ, ਆਪਣੇ ਮਨ ਵਿੱਚ ਕਿਉਂ ਨਹੀਂ ਬਸਾਉਂਦਾ। ਡਰਪਤ ਡਰਪਤ ਜਨਮ ਬਹੁਤ ਜਾਹੀ, ਐਵੇਂ ਡਰਪਤ ਡਰਦਿਆਂ ਡਰਦਿਆਂ, ਰਾਜਿਆਂ ਆਦਿਕ ਤੋਂ ਡਰਦਿਆਂ, ਜਮਾਂ ਆਦਿਕ ਤੋਂ ਡਰਦਿਆਂ, ਵਿਕਾਰਾਂ ਤੋਂ ਡਰਦਿਆਂ, ਮੌਤ ਕੋਲੋਂ ਡਰਦਿਆਂ ਅਨੇਕਾਂ ਜਨਮ ਬਤੀਤ ਹੋ ਜਾਂਦੇ ਹਨ, ਬਤੀਤ ਹੋ ਗਏ ਹਨ। ਕਿ ਭੈ ਭੰਜਨ ਪ੍ਰਭ ਮਨ ਨਾ ਬਸਾਈ। ਹੈ ਭਾਈ, ਜਿਹੜਾ ਪਰਮੇਸ਼ਰ ਜਨਮ ਮਰਨ ਦੇ ਡਰ ਨੂੰ ਨਾਸ ਕਰਨ ਵਾਲਾ ਹੈ, ਉਸ ਨੂੰ ਤੂੰ ਆਪਣੇ ਮਨ ਵਿੱਚ ਕਿਉਂ ਨਹੀਂ ਬਸਾਉਂਦਾ। ਐਵੇਂ ਡਰਪਤ ਜਨਮ ਬਹੁਤ ਜਾਹੀ। ਕਿ ਐਵੇਂ ਡਰਦਿਆਂ ਡਰਦਿਆਂ, ਕਿਸੇ ਰਾਜਿਆਂ ਆਦਿਕ ਤੋਂ ਡਰਦਿਆਂ, ਜਮਾਂ ਆਦਿਕ ਤੋਂ ਡਰਦਿਆਂ, ਵਿਕਾਰਾਂ ਤੋਂ ਡਰਦਿਆਂ, ਮੌਤ ਕੋਲੋਂ ਡਰਦਿਆਂ, ਤੇਰੇ ਅਨੇਕਾਂ ਜਨਮ ਬਤੀਤ ਹੋ ਜਾਂਦੇ ਹਨ, ਬਤੀਤ ਹੋ ਗਏ ਹਨ। ਰਹਾਉ ਵਿਸ਼ਰਾਮ ਦੇ ਕੇ ਮਹਾਰਾਜ ਜੀ ਕਹਿਣ ਲੱਗੇ, ਜਾਂ ਕੈ ਹਿਰਦੈ ਬਸਿਓ ਹਰ ਨਾਮ,
ਜਿਨ੍ਹਾਂ ਦੇ ਹਿਰਦੇ ਵਿੱਚ, ਰਿਦਾ ਕਹਿ ਹਿਰਦੇ ਨੂੰ, ਕਿ ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਵਸ ਗਿਆ ਹੈ। ਜਾਂ ਕੈ ਹਿਰਦੈ ਬਸਿਓ ਹਰ ਨਾਮ, ਕਿ ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਵਸ ਗਿਆ ਹੈ। ਸਗਲ ਮਨੋਰਥ ਤਾਂ ਕਿ ਪੂਰਨ ਕਾਮ, ਉਹਨਾਂ ਦੇ ਸਗਲ ਸਾਰੇ ਮਨੋਰਥ, ਸੰਕਲਪ ਅਤੇ ਕੰਮ ਪੂਰੇ ਹੋ ਗਏ ਹਨ। ਜਨਮ ਜਰਾ ਮਿਰਤ ਜਿਸ ਵਾਸ, ਜਨਮ ਜਰਾ ਮਿਰਤ ਜਿਸ ਵਾਸ, ਜਰਾ ਹੁੰਦਾ ਹੈ ਬੁਢੇਪਾ, ਕਿ ਸਾਰੇ ਸੰਸਾਰ ਨੂੰ ਜਨਮ ਹੁੰਦਾ ਹੈ ਉਤਪਤ ਕਰਨਾ, ਕਿ ਸਾਰੇ ਸੰਸਾਰ ਨੂੰ ਉਤਪਤ ਕਰਨਾ, ਪੈਦਾ ਕਰਨਾ। ਜਰਾ ਬੁਢੇਪਾ ਅਤੇ ਮਿਰਤ ਮੌਤ, ਜਿਸ ਵਾਹਿਗੁਰੂ ਦੇ ਬਾਸ ਬਸ ਅਧੀਨ ਹੈ। ਜਨਮ ਜਰਾ ਮਿਰਤ ਜਿਸ ਬਾਸ, ਕਿ ਸਾਰੇ ਸੰਸਾਰ ਨੂੰ ਜਨਮ ਦੇਣ ਵਾਲਾ, ਉਤਪਤ ਕਰਨ ਵਾਲਾ, ਪੈਦਾ ਕਰਨ ਵਾਲਾ, ਅਤੇ ਜਰਾ ਬੁਢੇਪਾ ਅਤੇ ਮਿਰਤ ਮੌਤ ਵਾਹਿਗੁਰੂ ਦੇ ਅਧੀਨ ਹੈ, ਬਸ ਹੈ। ਸੋ ਸਮਰੱਥ ਸਿਮਰ ਸਾਸ ਗਿਰਾਸ, ਕਿ ਸੋ ਉਸ ਸਮਰੱਥ ਸ਼ਕਤੀਵਾਨ ਪਰਮੇਸ਼ਰ ਨੂੰ ਆਉਂਦੇ ਜਾਂਦੇ ਸਵਾਸ ਤੇ ਗਰਾਸ, ਗਰਾਹੀ ਖਾਂਦਿਆਂ, ਬੁਰਕੀ ਅੰਦਰ ਲੰਘਾਉਂਦਿਆਂ ਸਿਮਰਨਾ ਕਰ। ਸਾਸ ਗਰਾਸ ਸਿਮਰਨਾ ਕਰ, ਕਿ ਸਾਰੇ ਸੰਸਾਰ ਨੂੰ ਉਤਪਤ ਕਰਨਾ, ਤੇ ਬੁਢੇਪਾ ਅਤੇ ਮੌਤ ਜਿਸ ਵਾਹਿਗੁਰੂ ਦੇ ਅਧੀਨ ਹੈ, ਬਸ ਹੈ। ਉਸ ਸਮਰੱਥ ਬਲਵਾਨ ਸਰਬ ਸ਼ਕਤੀਵਾਨ ਪਰਮੇਸ਼ਰ ਨੂੰ ਆਉਂਦੇ ਜਾਂਦੇ ਸਵਾਸ ਅਤੇ ਗਰਾਹੀ ਖਾਂਦਿਆਂ, ਕਿ ਜੋ ਵੀ ਬੁਰਕੀ ਲਗਾਉਂਦਾ ਹੈ ਉਸੇ ਟਾਈਮ ਸਿਮਰਨਾ ਕਰ, ਵਾਹਿਗੁਰੂ ਵਾਹਿਗੁਰੂ ਉਚਾਰਨਾ ਕਰ, ਪਰਮੇਸ਼ਰ ਦਾ ਨਾਮ ਜਪਣਾ ਕਰ, ਤਾਂ ਕਿ ਤੇਰਾ ਖਾਧਾ ਹੋਇਆ ਵੀ ਸਫਲਾ ਹੋਵੇ ਤੇ ਤੇਰੇ ਸਵਾਸ ਵੀ ਸਫਲੇ ਹੋਣ। ਮੀਤ ਸਾਜਨ ਸਖਾ ਪ੍ਰਭ ਏਕ, ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਸਾਡਾ ਤਾਂ ਮੀਤ ਮਿੱਤਰ, ਸਾਜਣ ਪਿਆਰਾ, ਸਖਾ ਸੰਬੰਧੀ ਪ੍ਰਭ ਏਕ, ਇੱਕ ਪ੍ਰਭੂ, ਇੱਕ ਵਾਹਿਗੁਰੂ ਹੀ ਹੈ। ਮੀਤ ਸਾਜਨ ਸਖਾ ਪ੍ਰਭ ਏਕ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਹੇ ਭਾਈ, ਸਾਡਾ ਤਾਂ ਮੀਤ ਮਿੱਤਰ, ਸਾਜਨ ਪਿਆਰਾ, ਸਖਾ ਸੰਬੰਧੀ ਇੱਕ ਪ੍ਰਭੂ, ਇੱਕ ਵਾਹਿਗੁਰੂ ਹੀ ਹੈ। ਨਾਮ ਸੁਆਮੀ ਕਾ ਨਾਨਕ ਟੇਕ, ਜਿਸ ਨੂੰ ਪਿਆਰ ਕਰੀਏ ਤੇ ਉਸ ਅੱਗੇ ਪਿਆਰ ਕਰੇ। ਨਾਨਕ ਸੁਆਮੀ ਕਾ ਨਾਨਕ ਟੇਕ, ਅਰਥਾਤ ਜਿਸ ਨੂੰ ਪਿਆਰ ਕਰੀਏ ਤੇ ਉਹ ਅੱਗੋਂ ਪਿਆਰ ਕਰੇ, ਉਹ ਮਿੱਤਰ ਹੁੰਦਾ ਹੈ। ਜਿਸ ਨੂੰ ਆਪ ਪਿਆਰ ਕਰੀਏ ਉਹ ਨਾ ਪਿਆਰ ਕਰਦਾ ਹੋਵੇ, ਉਹ ਮਿੱਤਰ ਨਹੀਂ ਹੁੰਦਾ। ਕਿ ਅਸੀਂ ਤਾਂ ਮਹਾਰਾਜ ਜੀ ਕਹਿਣ ਲੱਗੇ, ਜਿਸ ਨੂੰ ਪਿਆਰ ਕਰਦੇ ਹਾਂ ਉਹ ਸਾਨੂੰ ਅੱਗੋਂ ਪਿਆਰ ਕਰਦਾ ਹੈ, ਉਹੀ ਸਾਡਾ ਮਿੱਤਰ ਹੈ। ਸਾਜਨ ਉਹ ਹੁੰਦਾ ਹੈ ਜਿਸ ਨਾਲ ਪਿਆਰ ਨਾ ਕਰੀਏ ਪਰ ਫਿਰ ਵੀ ਉਹ ਪਿਆਰ ਕਰੇ। ਸਾਡਾ ਤਾਂ ਉਹ ਪਰਮੇਸ਼ਰ ਸਾਜਣ ਹੈ ਕਿ ਸਾਡੇ ਨਾਲ ਉਹ ਬਹੁਤ ਪਿਆਰ ਕਰਦਾ ਹੈ। ਸਖਾ ਉਹ ਹੁੰਦਾ ਹੈ ਜਿਸ ਨਾਲ ਬੈਰ ਕਰੀਏ ਪਰ ਫਿਰ ਵੀ ਉਹ ਪਿਆਰ ਨਿਭਾਵੇ, ਬੈਰ ਕਰੀ ਜਾਈਏ ਫਿਰ ਵੀ ਪਿਆਰ ਨਿਭਾਵੇ। ਇਹ ਸਭ ਕੁਝ ਇੱਕ ਵਾਹਿਗੁਰੂ ਨੇ ਹੀ ਬਣਾਉਣਾ ਕਰੋ। ਸਤਿਗੁਰੂ ਜੀ ਕਥਨ ਕਰਦੇ ਹਨ, ਨਾਨਕ ਟੇਕ, ਕਿ ਸਾਡੇ ਹਿਰਦੇ ਵਿੱਚ ਸੁਆਮੀ ਮਾਲਕ ਵਾਹਿਗੁਰੂ ਦਾ ਨਾਮ ਹੀ ਟੇਕ ਹੈ, ਓਟ ਹੈ, ਕਿ ਉਸ ਪਰਮੇਸ਼ਰ ਦੇ ਨਾਮ ਦੇ ਸਹਾਰੇ ਹੀ ਚੱਲ ਰਹੇ ਹਾਂ, ਕਿ ਉਸ ਦਾ ਹੀ ਓਟ ਹੈ, ਉਸ ਦਾ ਹੀ ਸਾਨੂੰ ਟੇਕ ਹੈ। ਮਹਾਰਾਜ ਜੀ ਅਗਲੇ ਸ਼ਬਦ ਦੇ ਵਿੱਚ ਸਮਝਾ ਰਹੇ ਹਨ, ਗੌੜੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ, ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਦੇ ਬਚਨ ਪੂਰੇ ਕਰਨ ਲਈ ਆਪਣੇ ਵੱਡੇ ਭਰਾ ਪ੍ਰਿਥੀ ਚੰਦ ਨੂੰ ਕਿਹਾ ਕਿ ਅਸੀਂ ਤੇਰੇ ਨਾਲ ਬੈਰ ਭਾਵ ਨਹੀਂ ਕਰਦੇ, ਇੱਥੋਂ ਦੀ ਪੂਜਾ ਭੇਟਾ ਸਭ ਤੂੰ ਹੀ ਸਾਂਭ ਲੈ,
ਅਸੀਂ ਹੁਣ ਅੰਮ੍ਰਿਤਸਰ ਨੂੰ ਛੱਡ ਕੇ ਬਡਾਲੀ ਚੱਲੇ ਹਾਂ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਉੱਥੇ ਤਕਰੀਬਨ 3 ਸਾਲ ਰਹੇ। ਉੱਥੇ ਬਡਾਲੀ ਵਿੱਚ ਹੀ 21 ਹਾੜ ਸੰਮਤ 1652 ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਵਤਾਰ ਹੋਇਆ। ਬਡਾਲੀ ਸਾਹਿਬ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਉੱਥੇ ਅਵਤਾਰ ਹੋਇਆ। ਜਿਸ ਵੇਲੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਡਾਲੀ ਤੋਂ ਵਾਪਸ ਅੰਮ੍ਰਿਤਸਰ ਸਾਹਿਬ ਆਏ ਤਾਂ ਸੰਗਤਾਂ ਦੇ ਸੁੱਖ ਸਾਂਦ ਪੁੱਛਣ ਤੋਂ ਗੁਰੂ ਜੀ ਨੇ ਇਹ ਪਾਵਨ ਸ਼ਬਦ ਉਚਾਰਨ ਕੀਤਾ। ਮਹਾਰਾਜ ਜੀ ਕਹਿਣ ਲੱਗੇ, ਬਾਹਰ ਰਾਖਿਓ ਹਿਰਦੈ ਸੰਭਾਲ, ਘਰ ਆਏ ਗੋਬਿੰਦ ਲੈ ਨਾਲ। ਗੁਰੂ ਅਰਜਨ ਦੇਵ ਮਹਾਰਾਜ ਜੀ ਜਦੋਂ ਅੰਮ੍ਰਿਤਸਰ ਆ ਕੇ ਸੰਗਤਾਂ ਤੋਂ ਸੁੱਖ ਸਾਂਦ ਪੁੱਛਣ ਲੱਗੇ ਉਦੋਂ ਇਹ ਸ਼ਬਦ ਉਚਾਰਨ ਕੀਤਾ। ਕਹਿਣ ਲੱਗੇ, ਬਾਹਰ ਰਾਖਿਓ ਹਿਰਦੈ ਸੰਭਾਲ। ਜਿਸ ਵੇਲੇ ਅੰਮ੍ਰਿਤਸਰ ਤੋਂ ਬਾਹਰ ਬਡਾਲੀ ਵਿੱਚ ਗਏ ਸੀ ਉਦੋਂ ਹਿਰਦੇ ਵਿੱਚ ਵਾਹਿਗੁਰੂ ਨੂੰ ਸੰਭਾਲ ਕੇ ਰੱਖਿਆ ਹੋਇਆ ਸੀ। ਬਾਹਰ ਰਾਖਿਓ ਹਿਰਦੈ ਸੰਭਾਲ। ਜਿਸ ਵੇਲੇ ਅੰਮ੍ਰਿਤਸਰ ਤੋਂ ਬਾਹਰ ਬਡਾਲੀ ਵਿੱਚ ਗਏ ਸੀ, ਮਹਾਰਾਜ ਜੀ ਕਹਿਣ ਲੱਗੇ ਕਿ ਉਦੋਂ ਹਿਰਦੇ ਵਿੱਚ ਵਾਹਿਗੁਰੂ ਨੂੰ ਸੰਭਾਲ ਕੇ ਰੱਖਿਆ ਹੋਇਆ ਸੀ। ਘਰ ਆਏ ਗੋਬਿੰਦ ਲੈ ਨਾਲ। ਮਹਾਰਾਜ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਹੁਣ ਜਦ ਮੁੜ ਕੇ ਘਰ ਮਹਿਲਾਂ ਵਿੱਚ ਅੰਮ੍ਰਿਤਸਰ ਵਿੱਚ ਆਏ ਹਾਂ ਤਾਂ ਹਰਗੋਬਿੰਦ ਜੀ ਨੂੰ ਨਾਲ ਲੈ ਕੇ ਆ ਗਏ ਹਾਂ। ਜਦੋਂ ਬਾਹਰ ਸੰਸਾਰ ਵਿੱਚ ਧਰਮ ਦਾ ਪ੍ਰਚਾਰ ਕਰਨ ਅਤੇ ਲੋਕਾਂ ਦੀ ਕਲਿਆਣ ਕਰਨ ਵਾਸਤੇ ਵਿਚਰਦੇ ਹਾਂ ਤਾਂ ਉਦੋਂ ਵੀ ਵਾਹਿਗੁਰੂ ਦੇ ਨਾਮ ਨੂੰ ਹਿਰਦੇ ਵਿੱਚ ਸੰਭਾਲ ਕੇ ਰੱਖਦੇ ਹਾਂ। ਔਰ ਜਦੋਂ ਤੁਰਿਆ ਪਦ ਰੂਪੀ ਘਰ ਗ੍ਰਹਿ ਵਿੱਚ ਆਉਣਾ ਕੀਤਾ ਹੈ ਤਾਂ ਉਦੋਂ ਵੀ ਗੋਬਿੰਦ ਪਰਮੇਸ਼ਰ ਦੇ ਸੰਗ ਬਿਰਤੀ ਨੂੰ ਲੈ ਭਾਵ ਲੀਨ ਕਰ ਲਿਆ ਹੈ। ਹਰ ਹਰ ਨਾਮ ਸੰਤਨ ਕੈ ਸੰਗ। ਹੈ ਭਾਈ, ਪਾਪਾਂ ਨੂੰ ਹਰਨ ਭਾਵ ਨਾਸ ਕਰਨ ਵਾਲਾ ਪਰਮੇਸ਼ਰ ਦਾ ਨਾਮ ਮਹਾਂਪੁਰਖਾਂ ਦੇ ਸੰਗ ਮਹਾਂਪੁਰਖਾਂ ਦੇ ਨਾਲ ਰਹਿੰਦਾ ਹੈ। ਕਿਉਂਕਿ ਮਨ ਤਨ ਰਾਤਾ ਰਾਮ ਕੈ ਰੰਗ। ਕਿਉਂਕਿ ਸੰਤ ਮਨ ਚਿੱਤ ਕਰਕੇ ਤਨ ਸਰੀਰ ਕਰਕੇ ਪਰਮੇਸ਼ਰ ਦੇ ਪ੍ਰੇਮ ਵਿੱਚ ਤਦਾਕਾਰ ਰਹਿੰਦੇ ਹਨ। ਹਰ ਹਰ ਨਾਮ ਸੰਤਨ ਕੈ ਸੰਗ, ਮਨ ਤਨ ਰਾਤਾ ਰਾਮ ਕੈ ਰੰਗ। ਕਿ ਹੇ ਭਾਈ, ਪਾਪਾਂ ਨੂੰ ਹਰਨ ਵਾਲਾ, ਪਾਪਾਂ ਨੂੰ ਨਾਸ ਕਰਨ ਵਾਲਾ ਪਰਮੇਸ਼ਰ ਦਾ ਨਾਮ ਮਹਾਂਪੁਰਖਾਂ ਦੇ ਨਾਲ ਰਹਿੰਦਾ ਹੈ, ਸੰਗ ਰਹਿੰਦਾ ਹੈ। ਕਿਉਂਕਿ ਸੰਤ ਜਨ ਚਿੱਤ ਕਰਕੇ, ਮਨ ਕਰਕੇ, ਤਨ ਕਰਕੇ, ਸਰੀਰ ਕਰਕੇ ਪਰਮੇਸ਼ਰ ਦੇ ਪ੍ਰੇਮ ਵਿੱਚ ਤਦਾਕਾਰ ਰਹਿੰਦੇ ਹਨ, ਰੰਗੇ ਰਹਿੰਦੇ ਹਨ। ਰਹਾਓ ਵਿਸ਼ਰਾਮ ਦੇ ਕੇ ਮਹਾਰਾਜ ਜੀ ਸਮਝਾ ਰਹੇ ਹਨ। ਗੁਰ ਪ੍ਰਸਾਦੀ ਸਾਗਰ ਤਰਿਆ। ਜਿਸ ਉੱਪਰ ਸਤਿਗੁਰਾਂ ਦੀ ਪ੍ਰਸਾਦੀ ਕਿਰਪਾ ਹੁੰਦੀ ਹੈ ਉਹ ਸੰਸਾਰ ਸਮੁੰਦਰ ਤੋਂ ਤਰ ਗਿਆ ਹੈ, ਤਰ ਜਾਂਦਾ ਹੈ। ਜਨਮ ਜਨਮ ਕੇ ਕਿਲ ਬਿਖ ਸਭ ਹਿਰਿਆ। ਜਨਮ ਜਨਮ ਕੇ ਕਿਲ ਬਿਖ ਸਭ ਹਿਰਿਆ। ਕਿ ਉਸ ਦੇ ਜਨਮਾਂ ਜਨਮਾਤਰਾਂ ਦੇ ਸਾਰੇ ਕਿਲ ਬਿਖ, ਸਾਰੇ ਪਾਪ ਹਿਰਿਆ ਹੁੰਦਾ, ਨਾਸ ਹੋ ਜਾਂਦੇ ਹਨ। ਕਿ ਜਿਸ ਉੱਪਰ ਸਤਿਗੁਰਾਂ ਦੀ ਕਿਰਪਾ ਹੁੰਦੀ ਹੈ ਉਹ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ। ਉਸ ਦੇ ਜਨਮਾਂ ਜਨਮਾਤਰਾਂ ਦੇ ਸਾਰੇ ਪਾਪ ਨਾਸ ਹੋ ਜਾਂਦੇ ਹਨ। ਸੋਭਾ ਸੁਰਤ ਨਾਮ ਭਗਵੰਤ, ਪੂਰੇ ਗੁਰ ਕਾ ਨਿਰਮਲ ਮੰਤ। ਸੋਭਾ ਸੁਰਤ ਨਾਮ ਭਗਵੰਤ, ਪੂਰੇ ਗੁਰ ਕਾ ਨਿਰਮਲ ਮੰਤ। ਜਿਸ ਦੀ ਭਗਵੰਤ ਪਰਮੇਸ਼ਰ ਨੇ ਨਾਮ ਵਿੱਚ ਸੁਰਤ
ਜੁੜ ਗਈ ਹੈ। ਸੋਭਾ ਸੁਰਤ ਨਾਮ ਭਗਵੰਤ, ਜਿਸ ਦੀ ਭਗਵੰਤ ਪਰਮੇਸ਼ਰ ਦੇ ਨਾਮ ਵਿੱਚ ਸੁਰਤ ਜੁੜ ਗਈ ਹੈ, ਬਿਰਤੀ ਜੁੜ ਗਈ ਹੈ। ਪੂਰੇ ਗੁਰ ਕਾ ਨਿਰਮਲ ਮੰਤ, ਉਸ ਦੀ ਲੋਕ ਪਰਲੋਕ ਵਿੱਚ ਸੋਭਾ ਵਡਿਆਈ ਹੁੰਦੀ ਹੈ। ਜੋ ਮਹਾਰਾਜ ਜੀ ਦੀ ਸੋਭਾ ਵਡਿਆਈ ਕਰਦਾ ਹੈ, ਪੂਰੇ ਗੁਰ ਕਾ ਨਿਰਮਲ ਮੰਤ, ਪਰਮੇਸ਼ਰ ਦੇ ਨਾਮ ਵਿੱਚ ਪ੍ਰੀਤੀ ਕਰਦਾ ਹੈ, ਉਹ ਭਗਵੰਤ, ਉਹ ਪਰਮੇਸ਼ਰ ਦਾ ਹੀ ਰੂਪ ਹੋ ਜਾਂਦਾ ਹੈ। ਕਿਉਂਕਿ ਉਸ ਨੂੰ ਪੂਰਿਆਂ ਸਤਿਗੁਰਾਂ ਦਾ ਨਿਰਮਲ ਉਜਲ ਮੰਤਰ ਉਪਦੇਸ਼ ਦਿੱਤਾ ਹੋਇਆ ਹੈ। ਇਸੇ ਕਰਕੇ ਉਹ ਪਰਮੇਸ਼ਰ ਦੇ ਨਾਮ ਵਿੱਚ ਚਿੱਤ ਦੀ ਬਿਰਤੀ ਨੂੰ ਜੋੜ ਲੈਂਦਾ ਹੈ। ਚਰਨ ਕਮਲ ਹਿਰਦੇ ਮੈਂ ਜਾਪ, ਹੇ ਭਾਈ ਮਹਾਰਾਜ ਜੀ ਦੇ ਚਰਨ ਪਾਵ, ਚਰਨ ਕਮਲ, ਕੌਲ ਵਰਗੇ ਨਿਰਲੇਪ, ਕਿ ਉਹਨਾਂ ਨੂੰ ਹਿਰਦੇ ਵਿੱਚ ਅੰਤਸ ਕਰਨ ਵਿੱਚ ਜਪਣਾ ਕਰ ਤੇ ਵਸਾਉਣਾ ਕਰ। ਚਰਨ ਕਮਲਾਂ ਦਾ ਭਾਵ ਪਰਮੇਸ਼ਰ ਦਾ ਨਾਮ ਹੈ। ਚਰਨ ਕਮਲ ਹਿਰਦੇ ਮੈਂ ਜਾਪ, ਹੇ ਭਾਈ ਮਹਾਰਾਜ ਦੇ ਪਰਮੇਸ਼ਰ ਦੇ ਨਾਮ ਨੂੰ ਹਿਰਦੇ ਦੇ ਵਿੱਚ ਵਸਾਉਣਾ ਕਰ। ਪਰਮੇਸ਼ਰ ਦੇ ਨਾਮ ਦਾ ਜਾਪ ਕਰਨੇ ਕਰਕੇ, ਉਸ ਦੇ ਪਰਮੇਸ਼ਰ ਦੇ ਜਾਪ ਕਰਨੇ ਕਰਕੇ ਤੇ ਚਿੱਤ ਦੇ ਵਿੱਚ ਵਸ ਜਾਂਦਾ ਹੈ। ਜੋ ਪਰਮੇਸ਼ਰ ਦਾ ਨਾਮ ਹੈ, ਪਰਮੇਸ਼ਰ ਦੀ ਪ੍ਰੀਤੀ ਹੈ, ਪਿਆਰ ਹੈ, ਕਿ ਉਹ ਜਦੋਂ ਚਿੱਤ ਵਿੱਚ ਵਸ ਜਾਂਦਾ ਹੈ, ਨਾਨਕ ਪੇਖ ਜੀਵੈ ਪ੍ਰਤਾਪ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਅਜਿਹੇ ਸੰਤਾਂ ਦਾ ਪ੍ਰਤਾਪ, ਇਹ ਸੰਤਾਂ ਦਾ ਪ੍ਰਤਾਪ ਤੇਜ ਵੇਖ ਕਰਕੇ ਅਸੀਂ ਜਿਉਂਦੇ ਹਾਂ। ਮਹਾਰਾਜ ਜੀ ਨੇ ਸਮਝਾਉਣਾ ਕੀਤਾ ਹੈ, ਨਾਨਕ ਪੇਖ ਜੀਵੈ ਪ੍ਰਤਾਪ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਅਜਿਹੇ ਸੰਤਾਂ ਦਾ ਪ੍ਰਤਾਪ ਵੇਖ ਕਰਕੇ ਅਸੀਂ ਜਿਉਂਦੇ ਹਾਂ, ਕਿ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪਰਮੇਸ਼ਰ ਦਾ ਨਾਮ ਵਸ ਜਾਂਦਾ ਹੈ ਤੇ ਨਾਮ ਜਪਣ ਕਰਕੇ ਧਿਆਨ ਜੁੜ ਜਾਂਦਾ ਹੈ, ਤੇ ਧਿਆਨ ਜੁੜਨੇ ਕਰਕੇ ਹੀ ਕਿ ਪ੍ਰਤਾਪ ਤੇਜ ਵੇਖ ਕੇ ਅਸੀਂ ਜਿਉਂਦੇ ਹਾਂ। ਗੌੜੀ ਮਹੱਲਾ ਪੰਜਵਾ। ਧਨ ਇਹ ਥਾਨ ਗੋਬਿੰਦ ਗੁਣ ਗਾਏ, ਕੁਸਲ ਖੇਮ ਪ੍ਰਭ ਆਪ ਬਸਾਏ ਰਹਾਉ। ਬਿਪਤ ਤਾਹਾਂ ਜਹਾਂ ਹਰ ਸਿਮਰਨ ਨਾਹੀ, ਕੋਟ ਆਨੰਦ ਜੈ ਹਰ ਗੁਣ ਗਾਹੀ। ਹਰ ਬਿਸਰਿਐ ਦੁਖ ਰੋਗ ਘਨੇਰੇ, ਪ੍ਰਭ ਸੇਵਾ ਜਮ ਲੱਗੈ ਨਾ ਨੇਰੇ। ਸੋ ਵਡ ਭਾਗੀ ਨਿਹਚਲ ਥਾਨ, ਜਹ ਜਪੀਐ ਪ੍ਰਭ ਕੇਵਲ ਨਾਮ। ਜਹ ਜਾਈਐ ਤਹ ਨਾਲ ਮੇਰਾ ਸੁਆਮੀ, ਨਾਨਕ ਕੋ ਮਿਲਿਆ ਅੰਤਰ ਜਾਮੀ। ਜਹ ਜਾਈਐ ਤਹ ਨਾਲ ਮੇਰਾ ਸੁਆਮੀ, ਨਾਨਕ ਕੋ ਮਿਲਿਆ ਅੰਤਰ ਜਾਮੀ। ਗੌੜੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਬਦ ਹੈ। ਜਿਸ ਵੇਲੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤਸਰ ਸਰੋਵਰ ਦੇ ਵਿੱਚ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਰਚਨਾ ਕੀਤੀ, ਤਦ ਪਹਿਲੇ ਦਿਨ ਅੰਦਰ ਬੈਠ ਕੇ ਕੀਰਤਨ ਕੀਤਾ ਤਾਂ ਉਸ ਵੇਲੇ ਸਤਿਗੁਰੂ ਜੀ ਨੇ, ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਪਾਵਨ ਸ਼ਬਦ ਉਚਾਰਨ ਕੀਤਾ ਸੀ। ਜਿਸ ਵੇਲੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅੰਮ੍ਰਿਤਸਰ ਸਰੋਵਰ ਦੇ ਵਿੱਚ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਰਚਨਾ ਕੀਤੀ, ਜਦ ਪਹਿਲੇ ਦਿਨ ਅੰਦਰ ਬੈਠ ਕੇ ਕੀਰਤਨ ਕੀਤਾ ਸੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ, ਉਸ ਵੇਲੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਪਾਵਨ ਸ਼ਬਦ ਉਚਾਰਨ ਕੀਤਾ ਸੀ, ਧੰਨ ਇਹੋ ਥਾਨ ਗੋਬਿੰਦ ਗੁਣ ਗਾਏ।
ਮਹਾਰਾਜ ਜੀ ਕਹਿਣ ਲੱਗੇ, ਇਹ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਥਾਨ ਅਸਥਾਨ ਧੰਤਾ ਦੇ ਯੋਗ ਹੈ, ਜਿੱਥੇ ਬੈਠ ਕੇ ਗੋਬਿੰਦ ਦੇ ਪਰਮੇਸ਼ਰ ਦੇ ਗੁਣਾਂ ਨੂੰ ਗਾਇਨ ਕੀਤਾ ਹੈ। ਧੰਨ ਇਹ ਸਾਧ ਸੰਗਤ ਰੂਪੀ ਥਾਂ ਹੈ, ਜਿੱਥੇ ਬੈਠ ਕੇ ਧਰਤੀ ਦੀ ਰੱਖਿਆ ਕਰਨ ਵਾਲੇ ਪਰਮੇਸ਼ਰ ਦੇ ਗੁਣ ਗਾਏ ਜਾਂਦੇ ਹਨ। ਅੰਤਰੀ ਭਾਵ ਹੈ ਇਹ ਅੰਤਸ ਕਰਨ, ਇਹ ਹਿਰਦਾ ਰੂਪੀ ਥਾਨ ਧੰਤਾ ਦੇ ਯੋਗ ਹੈ, ਜਿੱਥੇ ਬੈਠ ਕੇ ਪਰਮੇਸ਼ਰ ਦੇ ਗੁਣ ਗਾਏ ਜਾਂਦੇ ਹਨ। ਕੁਸਲ ਖੇਮ ਪ੍ਰਭ ਆਪ ਵਸਾਏ, ਕੁਸਲ ਖੇਮ ਸੁਖ ਸਾਧ ਆਨੰਦ ਮੰਗਲ ਦੇ ਸਹਿਤ ਵਾਹਿਗੁਰੂ ਨੇ ਆਪ ਹੀ ਵਸਾਉਣਾ ਕੀਤਾ ਹੈ। ਉਹਨਾਂ ਅਧਿਕਾਰੀ ਜਨਾਂ ਨੂੰ ਕਲਿਆਣ ਅਤੇ ਸਭ ਮੰਗਲ ਪ੍ਰਾਪਤ ਹਨ, ਜਿਨ੍ਹਾਂ ਦੇ ਪ੍ਰਭੂ ਨੇ ਆਪ ਸਭ ਗੁਣ ਹਿਰਦੇ ਵਿੱਚ ਵਸਾਉਣਾ ਕੀਤੇ ਹਨ। ਰਹਾਉ ਵਿਸ਼ਰਾਮ ਦੇ ਕੇ ਮਹਾਰਾਜ ਜੀ ਕਹਿਣ ਲੱਗੇ, ਬਿਪਤ ਤਹਾਂ ਜਹਾਂ ਹਰ ਸਿਮਰਨ ਨਾਹੀ। ਮਹਾਰਾਜ ਜੀ ਗੁਰੂ ਅਰਜਨ ਦੇਵ ਜੀ ਸਿੱਖ ਸੰਗਤਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਕਿ ਹੇ ਭਾਈ, ਜਹਾਂ ਜਿੱਥੇ ਪਰਮੇਸ਼ਰ ਦਾ ਸਿਮਰਨ ਭਜਨ ਨਹੀਂ ਹੈ, ਤਹਾਂ ਹਰ ਸਿਮਰਨ ਨਾਹੀ, ਤਹਾਂ ਉੱਥੇ ਹੀ ਬਿਪਤ ਆਫਤ ਮੁਸੀਬਤ ਹੈ। ਜਿੱਥੇ ਪਰਮੇਸ਼ਰ ਦੇ ਗੁਣ ਗਾਏ ਜਾਂਦੇ ਹਨ, ਕੋਟ ਆਨੰਦ ਜੈ ਹਰ ਗੁਣ ਗਾਹੀ, ਉੱਥੇ ਕਰੋੜਾਂ ਆਨੰਦ ਮੰਗਲ ਪ੍ਰਾਪਤ ਹੁੰਦੇ ਹਨ। ਜਹ ਹਰ ਗੁਣ ਗਾਹੀ, ਜਹ ਜਿੱਥੇ ਪਰਮੇਸ਼ਰ ਦੇ ਗੁਣ ਗਾਏ ਜਾਂਦੇ ਹਨ, ਉੱਥੇ ਕਰੋੜਾਂ ਆਨੰਦ ਮੰਗਲ ਪ੍ਰਾਪਤ ਹੁੰਦੇ ਹਨ। ਬਿਪਤ ਤਹਾਂ ਜਹਾਂ ਹਰ ਸਿਮਰਨ ਨਾਹੀ, ਹੇ ਭਾਈ ਜਹਾਂ ਜਿੱਥੇ ਪਰਮੇਸ਼ਰ ਦਾ ਸਿਮਰਨ ਨਹੀਂ, ਭਜਨ ਨਹੀਂ, ਉੱਥੇ ਹੀ ਬਿਪਤ, ਉੱਥੇ ਹੀ ਆਪਦ ਮੁਸੀਬਤ ਹੈ। ਕਿ ਜਹ ਹਰ ਗੁਣ ਗਾਹੀ, ਜਹ ਜਿੱਥੇ ਪਰਮੇਸ਼ਰ ਦੇ ਗੁਣ ਗਾਏ ਜਾਂਦੇ ਹਨ, ਕੋਟ ਆਨੰਦ, ਉੱਥੇ ਕਰੋੜਾਂ ਆਨੰਦ ਪ੍ਰਾਪਤ ਹੁੰਦੇ ਹਨ। ਹਰ ਬਿਸਰਿਆ ਦੁੱਖ ਰੋਗ ਘਨੇਰੇ, ਹਰੀ ਅਕਾਲ ਪੁਰਖ ਦੇ ਬਿਸਰਨੇ ਕਰਕੇ, ਭੁੱਲਣੇ ਕਰਕੇ, ਜਨਮ ਮਰਨ ਹਉਮੈ ਆਦਿ ਦੇ ਘਨੇਰੇ ਬਹੁਤੇ ਰੋਗ ਲੱਗਦੇ ਹਨ। ਹਰ ਬਿਸਰਿਆ ਦੁੱਖ ਰੋਗ ਘਨੇਰੇ, ਕਿ ਹਰੀ ਅਕਾਲ ਪੁਰਖ ਦੇ ਬਿਸਰਨ ਕਰਕੇ, ਭੁੱਲਣ ਕਰਕੇ, ਜਨਮ ਮਰਨ ਦੇ ਹਉਮੈ ਆਦਿ ਦੇ ਘਨੇਰੇ ਬਹੁਤ ਰੋਗ ਲੱਗਦੇ ਹਨ। ਪ੍ਰਭ ਸੇਵਾ ਜਮ ਲੱਗੈ ਨਾ ਨੇਰੇ, ਪ੍ਰਭ ਪਰਮੇਸ਼ਰ ਦੀ ਸੇਵਾ ਟਹਿਲ ਭਗਤੀ ਕਰਨ ਨਾਲ ਜਮ ਲੱਗੈ ਨਾ ਨੇਰੇ, ਜਮ ਆਦ ਨੇੜੇ ਕੋਲ, ਜਮ ਆਦ ਨੇੜੇ ਨਹੀਂ ਲੱਗਦੇ, ਇਹ ਦੂਰ ਹੋ ਜਾਂਦੇ ਹਨ। ਸੋ ਵਡਭਾਗੀ ਨਿਹਚਲ ਥਾਨ, ਉਹ ਵਡਭਾਗੀ ਵੱਡਿਆਂ ਭਾਗਾਂ ਵਾਲਾ ਪੁਰਖ ਹੈ, ਉਹ ਵੱਡਿਆਂ ਭਾਗਾਂ ਵਾਲਾ ਪੁਰਖ ਹੈ। ਨਿਹਚਲ ਥਾਨ, ਉਸ ਦਾ ਹਿਰਦਾ ਰੂਪੀ ਥਾਨ ਅਸਥਾਨ ਨਿਹਚਲ ਹੈ। ਸੋ ਵਡਭਾਗੀ ਨਿਹਚਲ ਥਾਨ, ਉਹ ਵੱਡਿਆਂ ਭਾਗਾਂ ਵਾਲਾ ਪੁਰਸ਼ ਹੈ, ਉਸ ਦਾ ਹਿਰਦਾ ਰੂਪੀ ਥਾਂ ਨਿਹਚਲ ਹੈ। ਉਹ ਵੱਡਿਆਂ ਭਾਗਾਂ ਵਾਲੇ ਪੁਰਖ ਸਤ ਸੰਗਤ ਤੁਰਿਆ ਪਦ ਰੂਪੀ ਅਸਥਾਨ ਵਿੱਚ ਨਿਹਚਲ ਇਸਤਤ ਰਹਿੰਦੇ ਹਨ, ਟਿਕੇ ਰਹਿੰਦੇ ਹਨ। ਜਹ ਜਪਿਐ ਪ੍ਰਭ ਕੇਵਲ ਨਾਮ, ਜਿੱਥੇ ਬੈਠ ਕੇ ਕੇਵਲ ਸਿਰਫ ਇੱਕੋ ਇੱਕ ਪਰਮੇਸ਼ਰ ਦੇ ਨਾਮ ਨੂੰ ਜਪਿਆ ਜਾਂਦਾ ਹੈ, ਉਹ ਵੱਡਿਆਂ ਭਾਗਾਂ ਵਾਲਾ ਪੁਰਖ ਹੈ। ਉਸ ਦਾ ਹਿਰਦਾ ਰੂਪੀ ਥਾਂ ਵੀ ਤੇ ਹਿਰਦਾ ਰੂਪੀ ਥਾਂ ਵੀ ਇਸਤਤ ਰਹਿੰਦਾ ਹੈ, ਟਿਕੇ ਰਹਿੰਦੇ ਹਨ। ਜਹ ਜਾਈਐ ਤਹਾਂ ਨਾਲ ਮੇਰਾ ਸੁਆਮੀ, ਜਹ ਜਾਈਐ ਤਹ ਨਾਲ ਮੇਰਾ ਸੁਆਮੀ। ਮਹਾਰਾਜ ਜੀ ਕਹਿਣ ਲੱਗੇ, ਅਸੀਂ ਜਿੱਥੇ ਵੀ ਜਾਣਾ ਕਰੀਏ, ਉੱਥੇ ਨਾਲ ਸੰਗ ਹੀ ਸਾਡਾ ਸੁਆਮੀ ਮਾਲਕ ਵਾਹਿਗੁਰੂ ਹੈ। ਜਹ ਜਾਈਐ ਤਹ ਨਾਲ ਮੇਰਾ ਸੁਆਮੀ।
ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਅਸੀਂ ਜਿੱਥੇ ਵੀ ਜਾਣਾ ਕਰੀਏ ਉੱਥੇ ਸਾਡੇ ਨਾਲ ਸਾਡਾ ਸੁਆਮੀ, ਸਾਡਾ ਮਾਲਕ ਵਾਹਿਗੁਰੂ ਹੈ। ਨਾਨਕ ਕੋ ਮਿਲਿਆ ਅੰਤਰਜਾਮੀ। ਸਤਿਗੁਰੂ ਸਾਹਿਬ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਹਨ ਕਿ ਸਾਡੇ ਤਾਈਂ ਅੰਤਰਜਾਮੀ, ਅੰਦਰ ਦੀ ਜਾਣਨ ਵਾਲਾ, ਅੰਦਰਲਾ ਪ੍ਰੇਰਕ ਪਰਮੇਸ਼ਰ ਗੁਰਾਂ ਦੁਆਰਾ ਮਿਲ ਗਿਆ ਹੈ। ਕਿ ਜਦੋਂ ਅੰਦਰ ਦੀ ਜਾਣਨ ਵਾਲਾ ਪਰਮੇਸ਼ਰ ਗੁਰਾਂ ਦੁਆਰਾ ਮਿਲ ਗਿਆ ਹੈ, ਫਿਰ ਜਿੱਥੇ ਵੀ ਅਸੀਂ ਜਾਣਾ ਕਰਦੇ ਹਾਂ ਉੱਥੇ ਨਾਲ ਸਾਡਾ ਮਾਲਕ, ਸਾਡਾ ਵਾਹਿਗੁਰੂ ਸਾਡੇ ਨਾਲ ਹੈ। ਮਹਾਰਾਜ ਜੀ ਨੇ ਬੜੇ ਹੀ ਵਿਸਥਾਰ ਦੇ ਨਾਲ ਸਮਝਾਉਣਾ ਕੀਤਾ ਹੈ। ਨਾਨਕ ਕੋ ਮਿਲਿਆ ਅੰਤਰਜਾਮੀ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਸਾਡੇ ਤਾਈਂ ਅੰਤਰਜਾਮੀ, ਅੰਦਰ ਦੀ ਜਾਣਨ ਵਾਲਾ, ਅੰਦਰਲਾ ਪ੍ਰੇਰਕ ਪਰਮੇਸ਼ਰ ਗੁਰਾਂ ਦੁਆਰਾ ਮਿਲ ਗਿਆ ਹੈ। ਗੌੜੀ ਮਹੱਲਾ ਪੰਜਵਾ। ਜੋ ਪ੍ਰਾਣੀ ਗੋਬਿੰਦ ਧਿਆਵੈ, ਪੜ੍ਹਿਆ ਅਣਪੜ੍ਹਿਆ ਪਰਮ ਗਤ ਪਾਵੈ। ਸਾਧੂ ਸੰਗ ਸਿਮਰ ਗੋਪਾਲ, ਬਿਨ ਨਾਵੈ ਝੂਠਾ ਧਨ ਮਾਲ ਰਹਾਉ। ਰੂਪਵੰਤ ਸੋ ਚਤਰ ਸਿਆਣਾ, ਜਿਨ ਜਨ ਮਾਨਿਆ ਪ੍ਰਭ ਕਾ ਭਾਣਾ। ਜਗ ਮੈਂ ਆਇਆ ਸੋ ਪਰਵਾਣ, ਘਟ ਘਟ ਆਪਣਾ ਸੁਆਮੀ ਜਾਣ। ਕਹੋ ਨਾਨਕ ਜਾਂ ਕੇ ਪੂਰਨ ਭਾਗ, ਹਰ ਚਰਣੀ ਤਾਂ ਕਾ ਮਨ ਲਾਗ। ਕਹੋ ਨਾਨਕ ਜਾਂ ਕੇ ਪੂਰਨ ਭਾਗ, ਹਰ ਚਰਣੀ ਤਾਂ ਕਾ ਮਨ ਲਾਗ। ਮਹਾਰਾਜ ਜੀ ਗੁਰੂ ਅਰਜਨ ਦੇਵ ਜੀ ਇੱਕ ਦਿਨ ਸਤ ਸੰਗਤ ਦੇ ਵਿੱਚ ਸੁਭਾਏਮਾਨ ਸਨ। ਇੱਕ ਦਿਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸਤ ਸੰਗਤ ਦੇ ਵਿੱਚ ਸੁਭਾਏਮਾਨ ਸਨ। ਸਿੱਖਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਜੀ, ਜੋ ਪੰਡਤ ਲੋਕ ਹਨ ਉਹ ਕਹਿੰਦੇ ਹਨ ਕਿ ਜਿਹੜਾ ਵੇਦਾਂ ਨੂੰ ਨਹੀਂ ਪੜ੍ਹਦਾ ਉਹਨਾਂ ਦੀ ਮੁਕਤੀ ਨਹੀਂ ਹੋਵੇਗੀ, ਉਹਨਾਂ ਨੂੰ ਗਿਆਨ ਵੀ ਨਹੀਂ ਹੋ ਸਕਦਾ। ਹੇ ਸਤਿਗੁਰੂ ਜੀ, ਫਿਰ ਸਾਡੇ ਵਰਗਿਆਂ ਅਨਪੜ੍ਹਿਆਂ ਦਾ ਕਿਵੇਂ ਉਧਾਰ ਹੋਏਗਾ? ਇਹ ਬੇਨਤੀ ਸੁਣ ਕੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਪਾਵਨ ਸ਼ਬਦ ਉਚਾਰਨ ਕੀਤਾ, ਸੰਗਤਾਂ ਨੂੰ ਉਪਦੇਸ਼ ਦਿੱਤਾ। ਇਹ ਸ਼ਬਦ ਉਚਾਰਨ ਕਰਕੇ ਮਹਾਰਾਜ ਜੀ ਕਹਿਣ ਲੱਗੇ, ਜੋ ਪ੍ਰਾਣੀ ਗੋਬਿੰਦ ਧਿਆਵੈ। ਹੇ ਭਾਈ, ਜਿਹੜਾ ਵੀ ਪ੍ਰਾਣੀ, ਪ੍ਰਾਣਧਾਰੀ ਜੀਵ ਗੋਬਿੰਦ ਅਕਾਲ ਪੁਰਖ ਨੂੰ ਧਿਆਉਣਾ ਕਰੇਗਾ, ਪੜ੍ਹਿਆ ਅਣਪੜ੍ਹਿਆ ਪਰਮਗਤ ਪਾਵੈ। ਉਹ ਭਾਵੇਂ ਵੇਦ ਸ਼ਾਸਤਰ, ਵੇਦਾਂ ਦੇ ਖੱਟ ਅੰਗ ਸਿੱਖਿਆ, ਕਲਪ ਵਿਆਕਰਨ, ਛੰਦ, ਜੋਤਿਸ਼, ਪਿੰਗਲ, ਜੋਗਾ ਆਸਨ, ਵਿਦਾਂਤ ਆਦਿਕ ਗ੍ਰੰਥਾਂ ਨੂੰ ਪੜ੍ਹਿਆ ਹੋਇਆ ਵਿਦਵਾਨ ਹੋਵੇ, ਜਾਂ ਇਹਨਾਂ ਨੂੰ ਅਨਪੜ੍ਹਿਆ ਪੜ੍ਹਨ ਤੋਂ ਰਹਿਤ ਹੋਵੇ, ਉਹ ਪਰਮਗਤ ਵੱਡੀ ਮੁਕਤੀ ਭਾਵ ਪਰਮੇਸ਼ਰ ਨੂੰ ਪਾ ਲੈਂਦਾ ਹੈ। ਵੱਡੀ ਮੁਕਤੀ ਕੈਵਲ ਮੋਖ ਨੂੰ ਪਾ ਲੈਂਦਾ ਹੈ। ਜੋ ਪ੍ਰਾਣੀ ਗੋਬਿੰਦ ਧਿਆਵੈ, ਪੜ੍ਹਿਆ ਅਣਪੜ੍ਹਿਆ ਪਰਮਗਤ ਪਾਵੈ। ਮਹਾਰਾਜ ਜੀ ਕਹਿਣ ਲੱਗੇ, ਹੇ ਭਾਈ, ਜਿਹੜਾ ਵੀ ਪ੍ਰਾਣਧਾਰੀ ਜੀਵ ਗੋਬਿੰਦ ਨੂੰ, ਅਕਾਲ ਪੁਰਖ ਨੂੰ ਧਿਆਉਣਾ ਕਰੇਗਾ, ਭਾਵੇਂ ਉਹ ਵੇਦ ਸ਼ਾਸਤਰਾਂ, ਵੇਦਾਂ ਦੇ ਖੱਟ ਅੰਗ ਸਿੱਖਿਆ, ਕਲਪ ਵਿਆਕਰਨ, ਛੰਦ, ਜੋਤਿਸ਼, ਪਿੰਗਲ, ਜੋਗ ਸ਼ਾਸਤਰ, ਵਿਦਾਂਤ ਆਦਿਕ ਗ੍ਰੰਥਾਂ ਨੂੰ ਪੜ੍ਹਿਆ ਹੋਇਆ ਵਿਦਵਾਨ ਹੋਵੇ, ਜਾਂ ਇਹਨਾਂ ਨੂੰ ਪੜ੍ਹਨ ਤੋਂ ਰਹਿਤ ਹੋਵੇ, ਅਨਪੜ੍ਹ ਹੋਵੇ, ਉਹ ਪਰਮਗਤ ਵੱਡੀ ਮੁਕਤੀ ਭਾਵ ਪਰਮੇਸ਼ਰ ਨੂੰ ਪਾ ਲੈਂਦਾ ਹੈ। ਕਿ ਜੈਸੇ ਇੱਕ ਉਦਾਹਰਨ ਦੀ ਤਰ੍ਹਾਂ ਸਾਖੀ ਹੈ ਕਿ ਇਨ੍ਹਾਂ ਹੀ ਉਪਰੋਕਤ ਪੰਗਤੀਆਂ ਦੇ ਸਿਧਾਂਤ ਅਨੁਸਾਰ
ਸੰਪਰਤਾ ਦਮਦਮੀ ਟਕਸਾਲ ਦੇ 11ਵੇਂ ਮੁਖੀ ਸੰਤ ਬਾਬਾ ਸੁੰਦਰ ਸਿੰਘ ਜੀ ਦੇ ਜੀਵਨ ਵਿੱਚ ਵਾਪਰੀ ਹੋਈ ਘਟਨਾ ਮਿਲਦੀ ਹੈ। ਜਿਸ ਵੇਲੇ ਸਿੰਘ ਸਭਾ ਲਹਿਰ ਚੱਲੀ, ਉਸ ਸਮੇਂ ਇੱਕ ਬਾਲਕ ਰਾਮ ਪੰਡਤ ਜੋ ਵਿਦਿਆ ਉਸ ਸਮੇਂ ਬਾਲਕ ਰਾਮ ਪੰਡਤ ਜੋ ਵਿਦਿਆ ਦਾ ਭਾਵੇਂ ਬਹੁਤ ਪੜ੍ਹਿਆ ਹੋਇਆ ਸੀ, ਪਰ ਉਤਨਾ ਹੀ ਵੱਡਾ ਉਸਨੂੰ ਆਪਣੀ ਵਿਦਵਤਾ ਦਾ ਹੰਕਾਰ ਸੀ ਕਿ ਜੋ ਉਹ ਵਿਦਵਾਨ ਸੀ, ਉਸ ਵਿਦਵਾਨੀ ਦਾ ਬੜਾ ਹੰਕਾਰ ਸੀ ਪੜ੍ਹਿਆ ਹੋਣ ਕਰਕੇ। ਮੋਗੇ ਵਿੱਚ ਜਿੱਥੇ ਬਹੁਤ ਸਾਰੇ ਹਿੰਦੂ ਮਹਾਸਿਆਂ ਦੀ ਸਭਾ ਲੱਗੀ ਹੋਈ ਸੀ, ਉੱਥੇ ਇਹ ਪ੍ਰਚਾਰ ਕਰ ਰਿਹਾ ਸੀ। ਬਾਲਕ ਰਾਮ ਪੰਡਤ ਇਹ ਉੱਥੇ ਪ੍ਰਚਾਰ ਕਰ ਰਿਹਾ ਸੀ ਕਿ ਜਿਤਨਾ ਚਿਰ ਤੱਕ ਕੋਈ ਵੇਦਾਂ ਨੂੰ ਪੜ੍ਹ ਨਹੀਂ ਲੈਂਦਾ, ਉਤਨਾ ਚਿਰ ਉਸ ਦੀ ਕਲਿਆਣ ਨਹੀਂ ਹੋ ਸਕਦੀ। ਉੱਥੇ ਸਭਾ ਵਿੱਚ ਸੰਤ ਬਾਬਾ ਸੁੰਦਰ ਸਿੰਘ ਜੀ ਵੀ ਬੈਠੇ ਹੋਏ ਸਨ। ਉਹਨਾਂ ਨੂੰ ਜਥੇਦਾਰ ਬਾਬਾ ਗੁਰਦਿਆਲ ਸਿੰਘ ਜੀ ਕਹਿਣ ਲੱਗੇ ਕਿ ਮਹਾਂਪੁਰਖੋ, ਜੋ ਇਹ ਪੰਡਤ ਕਹਿ ਰਿਹਾ ਹੈ ਕਿ ਇਹ ਵਾਕ ਮਿਥਿਆ ਹੈ, ਇਹ ਸਹੀ ਹਨ। ਜੋ ਵੀ ਪਰਮੇਸ਼ਰ ਦਾ ਨਾਮ ਧਿਆਉਣ ਵਾਲਾ ਹੈ, ਭਾਵੇਂ ਉਹ ਅਨਪੜ੍ਹ ਹੋਵੇ, ਕੀ ਉਸ ਦੀ ਮੁਕਤੀ ਨਹੀਂ ਹੋਵੇਗੀ? ਤਾਂ ਮਹਾਂਪੁਰਖਾਂ ਨੇ ਕਿਹਾ ਕਿ ਅਸੀਂ ਇਸ ਦਾ ਉੱਤਰ ਸਭਾ ਵਿੱਚ ਦਿੰਦੇ ਹਾਂ। ਤੁਸੀਂ ਮਹਾਰਾਜ ਜੀ ਦੇ ਚਰਨਾਂ ਉੱਪਰ ਭਰੋਸਾ ਰੱਖੋ। ਮਹਾਂਪੁਰਖਾਂ ਨੇ ਸਭਾ ਵਿੱਚ ਪ੍ਰਭਾਵਸ਼ਾਲੀ ਅਤੇ ਨਿਗਧ ਪ੍ਰਵਚਨਾਂ ਦਾ ਗੁਰਮਤਿ ਸਿਧਾਂਤ ਨੂੰ ਇਸ ਸਭਾ ਵਿੱਚ ਰੱਖਿਆ। ਜਦੋਂ ਇਸ ਪੰਗਤੀ ਦਾ ਅਰਥ ਕੀਤੇ, ਜੋ ਪ੍ਰਾਣੀ ਗੋਬਿੰਦ ਧਿਆਵੈ, ਪੜ੍ਹਿਆ ਅਣਪੜ੍ਹਿਆ ਪਰਮਗਤ ਪਾਵੈ, ਅਤੇ ਬਹੁਤ ਸਾਰੇ ਦ੍ਰਿਸ਼ਟਾਂਤ ਪ੍ਰਮਾਣਾਂ ਦੇ ਕੇ ਗੁਰਮਤਿ ਦੇ ਸਿਧਾਂਤ ਨੂੰ ਦ੍ਰਿੜ ਕਰਵਾਇਆ ਕਿ ਜਿਵੇਂ ਕੋਈ ਬਹੁਤ ਹੀ ਭੁੱਖਾ ਆਦਮੀ ਹੈ, ਭਾਵੇਂ ਉਹ ਕਿਤਨਾ ਵੀ ਗਿਆਨਵਾਨ ਵਿਦਵਾਨ ਹੋਵੇ ਜਾਂ ਅਨਪੜ੍ਹ ਹੋਵੇ, ਉਹਨਾਂ ਦੋਹਾਂ ਦੀ ਭੁੱਖ ਰੋਟੀ ਖਾ ਕੇ ਹੀ ਉਤਰੇਗੀ, ਰੋਟੀ ਖਾਣ ਤੋਂ ਬਗੈਰ ਨਹੀਂ ਉਤਰ ਸਕਦੀ। ਐਸੇ ਪ੍ਰਕਾਰ ਭਾਵੇਂ ਕੋਈ ਪੜ੍ਹਿਆ ਲਿਖਿਆ ਵਿਦਵਾਨ ਹੋਵੇ ਜਾਂ ਘਾਹ ਖੋਤਣ ਵਾਲਾ ਅਨਪੜ੍ਹ ਹੋਵੇ, ਪਰਮੇਸ਼ਰ ਨੂੰ ਧਿਆਉਣ ਕਰਕੇ ਸਭਨਾਂ ਨੂੰ ਮੁਕਤੀ ਪ੍ਰਾਪਤ ਹੋਵੇਗੀ, ਮੁਕਤੀ ਪ੍ਰਾਪਤ ਹੋ ਜਾਂਦੀ ਹੈ। ਇਸ ਪ੍ਰਕਾਰ ਹੋਰ ਵੀ ਅਨੇਕਾਂ ਪ੍ਰਮਾਣ ਦੇ ਕੇ ਸਮਝਾਉਣਾ ਕੀਤਾ। ਸੋ ਇਹਨਾਂ ਬਚਨਾਂ ਦਾ ਲੋਕਾਂ ਉੱਪਰ ਤਾਂ ਪ੍ਰਭਾਵ ਪੈਣਾ ਹੀ ਸੀ। ਉਹ ਹੰਕਾਰੀ ਪੰਡਤ ਬਾਲਕ ਰਾਮ ਉਦਾਸੀ ਨੇ ਵੀ ਆਪਣੀ ਗਲਤੀ ਦੀ ਮਾਫੀ ਮੰਗ ਕੇ ਖਹਿੜਾ ਛਡਵਾਇਆ ਅਤੇ ਇਹ ਵੀ ਕਿਹਾ ਕਿ ਕੋਈ ਵੀ ਵਿਦਵਾਨ ਗੁਰਬਾਣੀ ਦੇ ਮੁਕਾਬਲੇ ਵੇਦਾਂ ਸ਼ਾਸਤਰਾਂ ਦੇ ਪ੍ਰਮਾਣ ਦੇ ਕੇ ਗੁਰਬਾਣੀ ਤੋਂ ਉੱਚਾ ਸਿਧਾਂਤ ਨਹੀਂ ਦੱਸ ਸਕਦਾ। ਇਸੇ ਉਦਾਸੀ ਪੰਡਤ ਨੇ ਫਰੀਦਕੋਟੀਏ ਟੀਕੇ ਵਿੱਚ ਵੀ ਕੁਝ ਸਮਾਂ ਸ੍ਰੀ ਰਾਗ ਦੇ ਅਰਥ ਲਿਖਣ ਵਿੱਚ ਮਦਦ ਕੀਤੀ ਸੀ, ਪਰ ਫਿਰ ਕੁਝ ਮਤਭੇਦ ਹੋਣ ਕਰਕੇ ਇਸ ਨੂੰ ਅਰਥ ਲਿਖਣ ਵਾਲੀ ਸਭਾ ਦੇ ਵਿੱਚੋਂ ਹੰਕਾਰੀ ਹੋਣ ਕਰਕੇ ਕੱਢ ਦਿੱਤਾ ਸੀ। ਸਾਧੂ ਸੰਗ ਸਿਮਰ ਗੋਪਾਲ। ਹੇ ਭਾਈ, ਸਾਧੂ ਮਹਾਂਪੁਰਖਾਂ ਗੁਰੂ ਸਾਹਿਬ ਜੀ ਦੀ ਸੰਗਤ ਵਿੱਚ ਮਿਲ ਕਰਕੇ ਗੋਪਾਲ ਵਾਹਿਗੁਰੂ ਦਾ ਸਿਮਰਨ ਕਰ। ਸਾਧੂ ਸੰਗ ਸਿਮਰ ਗੋਪਾਲ। ਹੇ ਭਾਈ, ਗੁਰੂ ਸਾਹਿਬ ਜੀ ਦੀ ਸੰਗਤ ਵਿੱਚ ਮਿਲ ਕਰਕੇ ਵਾਹਿਗੁਰੂ ਦਾ ਸਿਮਰਨ ਕਰ, ਕਿਉਂਕਿ ਬਿਨ ਨਾਵੈ ਝੂਠਾ ਧਨ ਮਾਲ। ਕਿਉਂਕਿ ਪਰਮੇਸ਼ਰ ਦੇ ਨਾਮ ਤੋਂ ਬਗੈਰ ਧਨ ਵਿਭੂਤੀ ਕੇ ਮਾਲ ਹਾਥੀ ਘੋੜੇ ਆਦਿਕ ਸਭ ਕੁਝ ਝੂਠਾ ਹੀ ਹੈ, ਮਿਥਿਆ ਹੀ ਹੈ। ਰੂਪਵੰਤ ਸੋ ਚਤਰ ਸਿਆਣਾ। ਮਹਾਰਾਜ ਜੀ ਕਹਿਣ ਲੱਗੇ, ਹੇ ਭਾਈ, ਉਹ ਰੂਪਵੰਤ, ਉਹ ਸੁੰਦਰ ਸਰੂਪ ਵਾਲਾ, ਚਰਚਾ ਵਿੱਚ ਵੀ ਤੇ ਵਿਹਾਰਾਂ ਵਿੱਚ ਵੀ ਚਲਾਕ, ਸਾਵਧਾਨ ਅਤੇ ਸ਼ਾਸਤਰ ਗਿਆਨ ਵਿੱਚ ਵੀ ਉਹੀ ਸਿਆਣਾ ਸੁਜਾਨ ਹੈ।
ਜਿਨ ਜਨ ਮਾਨਿਆ ਪ੍ਰਭ ਕਾ ਭਾਣਾ। ਜਿਨ ਜਿਸ ਜਨ ਪ੍ਰੇਮੀ ਨੇ ਵਾਹਿਗੁਰੂ ਦਾ ਭਾਣਾ ਵਾਹਿਗੁਰੂ ਦਾ ਹੁਕਮ ਮੰਨਣਾ ਕੀਤਾ ਹੈ। ਹੇ ਭਾਈ ਉਹ ਰੂਪਵੰਤ ਤੇ ਸੁੰਦਰ ਸਰੂਪ ਵਾਲਾ, ਚਰਚਾ ਵਿੱਚ ਵੀ ਤੇ ਵਿਹਾਰਾਂ ਵਿੱਚ ਵੀ ਚਲਾਕ ਸਾਵਧਾਨ ਅਤੇ ਸ਼ਾਸਤਰ ਗਿਆਨ ਵਿੱਚ ਵੀ ਉਹੀ ਸਿਆਣਾ ਹੈ, ਉਹੀ ਸੁਜਾਨ ਹੈ। ਜਿਸ ਜਨ ਪ੍ਰੇਮੀ ਨੇ ਵਾਹਿਗੁਰੂ ਦਾ ਭਾਣਾ ਵਾਹਿਗੁਰੂ ਦਾ ਹੁਕਮ ਮੰਨਣਾ ਕੀਤਾ ਹੈ। ਜਗ ਮੈਂ ਆਇਆ ਸੋ ਪਰਵਾਣ। ਹੇ ਭਾਈ ਇਸ ਸੰਸਾਰ ਦੇ ਵਿੱਚ ਆਉਣ ਵਾਲਾ ਉਹ ਪਰਵਾਣ ਮੀਕ ਹੈ, ਉਹ ਸਫਲਾ ਹੈ, ਜਿਸ ਨੇ ਘਟ ਘਟ ਆਪਣਾ ਸੁਆਮੀ ਜਾਣ। ਜਿਸ ਨੇ ਘਟ ਘਟ ਘਟਾਂ ਘਟਾਂ ਵਿੱਚ ਹਰੇਕ ਦੇ ਦਿਲ ਵਿੱਚ ਹਰੇਕ ਦੇ ਸਰੀਰ ਵਿੱਚ ਆਪਣਾ ਸੁਆਮੀ ਆਪਣਾ ਮਾਲਕ ਵਾਹਿਗੁਰੂ ਹੀ ਜਾਣਨਾ ਕੀਤਾ ਹੈ। ਹੇ ਭਾਈ ਉਹ ਸੰਸਾਰ ਵਿੱਚ ਆਉਣ ਵਾਲਾ ਪਰਵਾਣ ਏਕ ਹੈ, ਸਫਲਾ ਹੈ, ਜਿਸ ਨੇ ਹਰੇਕ ਦੇ ਦਿਲ ਵਿੱਚ ਸਰੀਰ ਵਿੱਚ ਆਪਣਾ ਸੁਆਮੀ ਮਾਲਕ ਵਾਹਿਗੁਰੂ ਜਾਣਨਾ ਕੀਤਾ ਹੈ। ਕਿ ਘਟ ਘਟ ਮੈਂ ਹਰਜੂ ਵਸੈ ਸੰਤਨ ਕਹਿਓ ਪੁਕਾਰ। ਕਿ ਹਰੇਕ ਦੇ ਹਿਰਦੇ ਵਿੱਚ ਪਰਮੇਸ਼ਰ ਵਸਦਾ ਹੈ। ਪਰ ਜਿਸ ਨੇ ਜਾਣਿਆ ਹੈ ਕਿ ਹਰੇਕ ਸਰੀਰਾਂ ਵਿੱਚ ਮੇਰਾ ਮਾਲਕ ਮੇਰਾ ਪਰਮੇਸ਼ਰ ਵਾਹਿਗੁਰੂ ਵਸਦਾ ਹੈ, ਕਿ ਉਹੀ ਸੰਸਾਰ ਦੇ ਵਿੱਚ ਸਫਲਾ ਹੈ। ਕਹੋ ਨਾਨਕ ਜਾਂ ਕੇ ਪੂਰਨ ਭਾਗ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਸ ਦੇ ਪੂਰਨ ਜਿਸ ਦੇ ਮੁਕੰਮਲ ਭਾਗ ਹਨ, ਕਰਮ ਹਨ, ਤਾਂ ਕਾ ਮਨ ਤਾਂ ਕੇ ਪੂਰਨ ਭਾਗ। ਕਿ ਹਰ ਚਰਨੀ ਤਾਂ ਕਾ ਮਨ ਲਾਗ। ਉਸ ਪ੍ਰਾਣੀ ਦਾ ਮਨ ਉਸ ਪ੍ਰਾਣੀ ਦਾ ਚਿੱਤ ਵਾਹਿਗੁਰੂ ਦੇ ਚਰਨਾਂ ਨਾਲ ਲੱਗ ਜਾਂਦਾ ਹੈ, ਭਾਵ ਪਰਮੇਸ਼ਰ ਦੇ ਨਾਮ ਦੇ ਨਾਲ ਲੱਗ ਜਾਂਦਾ ਹੈ। ਕਿ ਸਤਿਗੁਰੂ ਜੀ ਸਮਝਾ ਰਹੇ ਹਨ ਜਿਸ ਦੇ ਪੂਰਨ ਭਾਗ ਹਨ, ਪੂਰਨ ਕਰਮ ਹਨ, ਉਸ ਪ੍ਰਾਣੀ ਦਾ ਮਨ ਉਸ ਪ੍ਰਾਣੀ ਦਾ ਚਿੱਤ ਵਾਹਿਗੁਰੂ ਦੇ ਚਰਨੀ ਲੱਗ ਜਾਂਦਾ ਹੈ, ਵਾਹਿਗੁਰੂ ਦੇ ਨਾਮ ਦੇ ਨਾਲ ਲੱਗ ਜਾਂਦਾ ਹੈ। ਗੌੜੀ ਮਹੱਲਾ ਪੰਜਵਾ। ਹਰ ਕੇ ਦਾਸ ਸਿਉ ਸਾਕਤ ਨਹੀਂ ਸੰਗ। ਉਹ ਵਿਖਈ ਉਸ ਰਾਮ ਕੋ ਰੰਗ ਰਹਾਓ। ਗੌੜੀ ਰਾਗ ਦੇ ਅੰਦਰ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾ ਰਹੇ ਹਨ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਗੁਰੂ ਕੇ ਬਾਗ ਵਿਖੇ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕਰ ਰਹੇ ਸਨ। ਸਤਿਗੁਰੂ ਜੀ ਦੇ ਹਜ਼ੂਰ ਸਿੱਖਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਸਾਕਤ ਪੁਰਸ਼ਾਂ ਦਾ ਪਰਮੇਸ਼ਰ ਦੇ ਸੇਵਕਾਂ ਨਾਲ ਮਿਲਾਪ ਕਿਉਂ ਨਹੀਂ ਬਣਦਾ, ਕੀ ਕਾਰਨ ਹੈ, ਆਪ ਜੀ ਕਿਰਪਾ ਕਰਕੇ ਦੱਸੋ। ਤਦ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਸਿੱਖਾਂ ਦੇ ਪ੍ਰਥਾਏ ਸਮੁੱਚੀ ਮਨੁੱਖਤਾ ਲਈ ਸਾਂਝਾ ਉਪਦੇਸ਼ ਕਥਨ ਕਰਦੇ ਹਨ। ਕਹਿਣ ਲੱਗੇ ਹਰ ਕੇ ਦਾਸ ਸਿਉ ਸਾਕਤ ਨਹੀਂ ਸੰਗ। ਹੇ ਭਾਈ ਪਰਮੇਸ਼ਰ ਦੇ ਸੇਵਕਾਂ ਨਾਲ ਸ਼ਕਤੀ ਦੇ ਉਪਾਸਕ ਕਠੋਰ ਚਿੱਤ ਵਾਲੇ ਪਾਤਿਤ ਪੁਰਖਾਂ ਦਾ ਸਾਥ ਨਹੀਂ ਬਣ ਸਕਦਾ, ਕਿਉਂਕਿ ਉਹ ਸਾਕਤ ਪੁਰਸ਼ ਸ਼ਬਦ ਸਪਰਸ ਰੂਪ ਰਸ ਗੰਧ ਆਦਿਕ ਵਿਸ਼ਿਆਂ ਵਿੱਚ ਹੀ ਲੱਗੇ ਹੋਏ ਵਿਸ਼ਈ ਹਨ। ਭਾਵ ਜਿਵੇਂ ਕੋਈ ਇੱਕ ਆਦਮੀ ਪੂਰਬ ਨੂੰ ਜਾਂਦਾ ਹੋਵੇ, ਇੱਕ ਪੱਛਮ ਨੂੰ ਜਾਂਦਾ ਹੋਵੇ, ਇਹਨਾਂ ਦੋਨਾਂ ਦਾ ਆਪਸ ਵਿੱਚ ਮੇਲ ਨਹੀਂ। ਦੋਨਾਂ ਦੇ ਮਾਰਗ ਦੋਨਾਂ ਦੇ ਰਸਤੇ ਵੱਖਰੋ ਵੱਖਰੇ ਹਨ। ਇਸੇ ਪ੍ਰਕਾਰ ਹਰੀ ਦੇ ਸੇਵਕਾਂ ਨੂੰ ਪਰਮੇਸ਼ਰ ਦਾ ਪ੍ਰੇਮ ਰੰਗ ਹੈ ਅਤੇ ਸਾਕਤ ਵਿਸ਼ਈ ਹਨ, ਸਾਕਤ ਵਿਸ਼ਿਆਂ ਵਿੱਚ ਲੱਗੇ ਹੋਏ ਹਨ। ਇਹਨਾਂ ਦੇ ਰਸਤੇ ਵੱਖਰੋ ਵੱਖਰੇ ਹਨ, ਇਸ ਤਰ੍ਹਾਂ ਇਹਨਾਂ ਦਾ ਮਿਲਾਪ ਨਹੀਂ ਹੋ ਸਕਦਾ। ਰਹਾਉ। ਵਿਸ਼ਰਾਮ ਦੇ ਕੇ ਮਹਾਰਾਜ ਜੀ ਕਹਿਣ ਲੱਗੇ ਕਿ ਅਗਲੀਆਂ ਪੰਕਤੀਆਂ ਵਿੱਚ ਸਤਿਗੁਰੂ ਜੀ ਦੋ ਦੋ ਦ੍ਰਿਸ਼ਟਾਂਤ ਦੇ ਕਰਕੇ ਗੱਲ ਨੂੰ
ਨਿਸ਼ਚੇ ਕਰਵਾਉਂਦੇ ਹਨ ਕਿ ਪ੍ਰਭੂ ਦੇ ਭਗਤਾਂ ਅਤੇ ਸਾਖਤ ਪੁਰਸ਼ਾਂ ਦਾ ਆਪਸ ਵਿੱਚ ਮੇਲ ਨਹੀਂ ਹੈ ਕਿ ਜੈਸੇ ਮਨ ਅਸਵਾਰ ਜੈਸੇ ਤੁਰੀ ਸ਼ਿਗਾਰੀ। ਜਿਸ ਪ੍ਰਕਾਰ ਇੱਕ ਪੁਰਖ ਮਾਨ ਸਵਾਰ ਹੋ, ਇੱਕ ਪੁਰਖ ਆਨ ਸਵਾਰ ਹੋਵੇ, ਕਿਸੇ ਤੇ ਸਵਾਰੀ ਨਾ ਕੀਤੀ ਹੋਵੇ, ਤੇ ਦੂਜਾ ਜੈਸੇ ਤੁਰੀ ਸ਼ਿਗਾਰੀ ਕਿ ਦੂਜਾ ਤੁਰੀ ਘੋੜੀ ਨੂੰ ਸ਼ਿਗਾਰਨ ਵਾਲਾ ਹੋਵੇ, ਭਾਵ ਜਿਵੇਂ ਘੋੜੀ ਤੇ ਚੜ੍ਹਨ ਵਾਲੇ ਪੁਰਖ ਨਾਲ ਅਨਸਵਾਰ ਬਿਨਾਂ ਸਵਾਰੀ ਤੋਂ ਪੁਰਖ ਨਹੀਂ ਰਲ ਸਕਦਾ, ਇਵੇਂ ਜੋ ਸਾਖਤ ਪੁਰਸ਼ ਹਨ ਉਹ ਅਨਸਵਾਰ ਦੀ ਨਿਆਈ ਹਨ, ਕਿਸੇ ਤੇ ਸਵਾਰੀ ਨਹੀਂ ਕੀਤੀ, ਤੇ ਜੋ ਭਗਤ ਜਨ ਹਨ ਉਹ ਸ਼ਿਗਾਰੀ ਘੋੜੀ ਤੇ ਸਵਾਰ ਦੀ ਨਿਆਈ ਹਨ। ਇਸ ਪ੍ਰਕਾਰ ਦੋਨਾਂ ਦਾ ਮੇਲ ਨਹੀਂ। ਤੇ ਦੂਸਰੇ ਦ੍ਰਿਸ਼ਟਾਂਤ ਦੇ ਵਿੱਚ ਮਹਾਰਾਜ ਜੀ ਸਮਝਾ ਰਹੇ ਹਨ, ਜਿਉ ਕਾ ਪੁਰਖ ਪਚਾਰੈ ਨਾਰੀ। ਜਿਵੇਂ ਇੱਕ ਕਾ ਪੁਰਖ ਨਪੁੰਸਕ ਹੀਜੜਾ ਹੋਵੇ ਜੋ ਸੰਤਾਨ ਪੈਦਾ ਨਹੀਂ ਕਰ ਸਕਦਾ, ਤੇ ਦੂਜਾ ਨਾਰੀ ਇਸਤਰੀ ਨੂੰ ਪਰਚਾਉਣ ਵਾਲਾ ਹੋਵੇ, ਧੀਰਜ ਦੇਣ ਵਾਲਾ ਹੋਵੇ, ਭਾਵ ਇੱਕ ਤਾਂ ਹੀਜੜਾ ਹੋਵੇ ਜੋ ਸੰਤਾਨ ਨਹੀਂ ਪੈਦਾ ਕਰ ਸਕਦਾ, ਤੇ ਦੂਜਾ ਪੁਰਖ ਸੰਤਾਨ ਪੈਦਾ ਕਰ ਸਕਦਾ ਹੈ। ਇਹਨਾਂ ਦੋਨਾਂ ਦਾ ਜਿਵੇਂ ਮਿਲਾਪ ਨਹੀਂ ਕਿ ਇਸੇ ਤਰ੍ਹਾਂ ਭਗਤਾਂ ਤੈ ਸੰਸਾਰੀਆਂ ਜੋੜ ਕਦੇ ਨਾ ਆਇਆ। ਤੇ ਮਹਾਰਾਜ ਜੀ ਕਹਿਣ ਲੱਗੇ, ਬੈਲ ਕੋ ਨੇਤਰਾ ਪਾਏ ਦੁਹਾਵੈ। ਜਿਵੇਂ ਇੱਕ ਪੁਰਸ਼ ਬੈਲ ਬਲਦਾਂ ਨੂੰ ਲੈ ਕੇ ਹਲ ਜੋੜਨ ਵਾਲਾ ਹੋਵੇ, ਚਾਰਦਾ ਹੋਵੇ, ਤੇ ਇੱਕ ਗਊਆਂ ਨੂੰ ਨੇਤਰਾ ਨਿਆਣਾ ਪਾ ਕੇ ਦੁਹਾਵੈ ਚੋਣਾ ਕਰਦਾ ਹੈ, ਭਾਵ ਜਿਵੇਂ ਇਹਨਾਂ ਦਾ ਮੇਲ ਨਹੀਂ। ਇੱਕ ਤਾਂ ਬੈਲਾਂ ਨਾਲ ਬੀਜ ਬਿਜਾਈ ਕਰਦਾ ਹੈ, ਇੱਕ ਦੁੱਧ ਚੋਂਦਾ ਹੈ, ਇਸੇ ਪ੍ਰਕਾਰ ਸਾਖਤ ਪੁਰਸ਼ ਬੈਲ ਜੋੜਨ ਦੀ ਨਿਆਈ ਹੈ, ਤੇ ਸੰਤ ਭਗਤ ਗਊਆਂ ਚੋਣ ਦੀ ਨਿਆਈ ਹਨ। ਇਹਨਾਂ ਦੋਨਾਂ ਦਾ ਮਿਲਾਪ ਨਹੀਂ ਬਣਦਾ ਕਿ ਦੁੱਧ ਰਿੜਕਣ ਵਾਲੀ ਮਧਾਣੀ ਦੀ ਰੱਸੀ ਨੂੰ ਨੇਤਰਾ ਨਿਆਣਾ ਕਹਿੰਦੇ ਹਨ। ਗਊ ਚਰ ਸਿੰਘ ਪਾਛੈ ਪਾਵੈ। ਜਿਸ ਪ੍ਰਕਾਰ ਇੱਕ ਗਊ ਇੱਕ ਗਾਵਾਂ ਨੂੰ ਚਰਾਉਣ ਵਾਲਾ ਹੋਵੇ ਤੇ ਦੂਸਰਾ ਸਿੰਘ ਸ਼ੇਰ ਦੇ ਪਿੱਛੇ ਪੈਣ ਵਾਲਾ ਹੋਵੇ, ਭਾਵ ਸ਼ੇਰ ਦਾ ਸ਼ਿਕਾਰ ਕਰਨ ਵਾਲਾ ਹੋਵੇ, ਦੋਨਾਂ ਦਾ ਮਿਲਾਪ ਨਹੀਂ ਬਣਦਾ। ਇਵੇਂ ਹੀ ਗਊਆਂ ਨੂੰ ਚਰਾਉਣ ਵਾਲਾ ਸਾਖਤ ਪੁਰਸ਼ ਹੈ, ਸ਼ੇਰ ਦਾ ਸ਼ਿਕਾਰ ਖੇਡਣ ਵਾਲੇ ਦੀ ਨਿਆਈ ਸੰਤ ਜਨ ਹਨ। ਇਹਨਾਂ ਦਾ ਆਪਸ ਵਿੱਚ ਕੋਈ ਮੇਲ ਨਹੀਂ। ਗਾਡਰਲੇ ਕਾਮ ਧੇਨ ਕਰ ਪੂਜੀ। ਮਹਾਰਾਜ ਜੀ ਕਹਿਣ ਲੱਗੇ, ਜਿਵੇਂ ਕੋਈ ਗਾਡਰ ਭੇਡਾਂ ਨੂੰ ਲੈ ਕੇ ਰੂੜੀਆਂ 'ਤੇ ਫੇਰਨ ਵਾਲਾ ਹੋਵੇ, ਤੇ ਇੱਕ ਕਾਮ ਧੇਨ ਸਵਰਗਾਂ ਦੀ ਗਊ ਦੀ ਪੂਜਾ ਕਰਨ ਵਾਲਾ ਹੋਵੇ, ਦੋਨਾਂ ਦਾ ਆਪਸ ਵਿੱਚ ਕੋਈ ਮਿਲਾਪ ਨਹੀਂ। ਇਸੇ ਪ੍ਰਕਾਰ ਕਾਮ ਧੇਨ ਦੀ ਪੂਜਾ ਕਰਨ ਦੀ ਨਿਆਈ ਸੰਤ ਜਨ ਹਨ, ਅਤੇ ਭੇਡਾਂ ਨੂੰ ਰੂੜੀ 'ਤੇ ਫੇਰਨ ਦੀ ਨਿਆਈ ਸਾਖਤ ਪੁਰਸ਼ ਹਨ। ਦੋਵਾਂ ਦਾ ਆਪਸ ਵਿੱਚ ਮਿਲਾਪ ਨਹੀਂ ਹੁੰਦਾ। ਸੌਦੇ ਕੋ ਧਾਵੈ ਬਿਨ ਪੂਜੀ। ਸੌਦੇ ਕੋ ਧਾਵੈ ਬਿਨ ਪੂਜੀ। ਜਿਵੇਂ ਇੱਕ ਪੁਰਸ਼ ਤਾਂ ਮਾਇਆ ਲੈ ਕੇ ਸੌਦੇ ਪਦਾਰਥਾਂ ਵਸਤੂਆਂ ਨੂੰ ਲੈਣ ਵਾਸਤੇ ਧਾਵੈ ਦੌੜੇ, ਤੇ ਇੱਕ ਬਿਨਾਂ ਪੂੰਜੀ ਬਿਨਾਂ ਰਾਸ਼ੀ ਤੋਂ ਬਿਨਾਂ ਰੁਪਈਆਂ ਤੋਂ ਹੋਵੇ, ਉਹ ਸੌਦਾ ਨਹੀਂ ਖਰੀਦ ਸਕੇਗਾ। ਦੋਵਾਂ ਦਾ ਕੋਈ ਮੇਲ ਨਹੀਂ। ਇਸੇ ਪ੍ਰਕਾਰ ਸੌਦੇ ਨੂੰ ਮੁੱਲ ਲੈ ਕੇ ਆਉਣ ਵਾਲਿਆਂ ਵਾਂਗੂ ਸੰਤ ਜਨ ਹਨ, ਤੇ ਬਿਨਾਂ ਪੂੰਜੀ ਬਿਨਾਂ ਰੁਪਏ ਵਾਲੇ ਸਾਖਤ ਪੁਰਸ਼ ਹਨ। ਇਉਂ ਦੋਨਾਂ ਦਾ ਮਿਲਾਪ ਨਹੀਂ। ਕਿ ਉਸ ਤੋਂ ਬਾਅਦ ਅੰਤਰੀਵ ਅਰਥ ਹਨ ਇਸ ਦੇ। ਹਰ ਕਾ ਦਾਸ ਸਿਉ ਸਾਖਤ ਨਹੀਂ ਸੰਗ। ਮਹਾਰਾਜ ਜੀ ਕਹਿਣ ਲੱਗੇ ਮਹਾਰਾਜ ਜੀ ਨੂੰ ਕਿ ਹੇ ਗੁਰੂ ਜੀ, ਜੋ ਪਰਮੇਸ਼ਰ ਦੇ ਦਾਸ ਸੇਵਕ ਜਨ ਹਨ, ਉਹਨਾਂ ਦਾ ਸਾਖਤ
ਪਵਿੱਤਰ ਪੁਰਸ਼ਾਂ ਨਾਲ ਕਿਉਂ ਨਹੀਂ ਸਾਥ ਬਣਦਾ। ਉਹ ਵਿਖਾਈ ਉਸ ਰਾਮ ਕੋ ਰੰਗ, ਕਿ ਹੇ ਭਾਈ ਜੋ ਸਾਖਤ ਪੁਰਸ਼ ਹਨ ਉਹ ਰਾਤ ਦਿਨ ਵਿਸ਼ਿਆਂ ਵਿੱਚ ਪਏ ਰਹਿੰਦੇ ਹਨ। ਉਹ ਦੂਸਰੇ ਜੋ ਸੰਤ ਜਨ ਹਨ ਉਹਨਾਂ ਨੂੰ ਪਰਮੇਸ਼ਰ ਦਾ ਪ੍ਰੇਮ ਰੰਗ ਚੜ੍ਹਿਆ ਰਹਿੰਦਾ ਹੈ, ਇਉਂ ਉਹਨਾਂ ਦਾ ਸਾਥ ਨਹੀਂ ਬਣਦਾ। ਰਹਾਓ ਮਨ ਅਸਵਾਰ ਜੈਸੇ ਤੁਰੀ ਸ਼ਿਗਾਰੀ। ਇਕਨਾ ਸਾਗਤਾ ਪੁਰਸ਼ਾਂ ਵਿੱਚ ਤਾਂ ਹਰ ਵੇਲੇ ਮਨ ਦੀ ਸਵਾਰੀ ਕਰਦਾ ਹੈ, ਭਾਵ ਉਹ ਮਨ ਦੇ ਹੀ ਆਖੇ ਲੱਗਦੇ ਹਨ। ਕਿਸੇ ਵੀ ਵੇਦ ਸ਼ਾਸਤਰ ਨੂੰ ਨਹੀਂ ਜਾਣਦੇ, ਬੁਰੇ ਭਲੇ ਦਾ ਕੋਈ ਗਿਆਨ ਨਹੀਂ ਰੱਖਦੇ, ਤੇ ਸੰਤ ਜਨਾਂ ਜਾਗਰਤ ਸੁਪਨ ਸੁਖੋਵਤੀ ਦੇ ਉੱਪਰ ਤੁਰੀਆ ਪਦ ਅਵਸਥਾ ਦੀ ਸ਼ਿੰਗਾਰਨ ਵਾਲੇ ਹਨ। ਇਉਂ ਦੋਹਾਂ ਦਾ ਸਾਥ ਨਹੀਂ ਬਣਦਾ। ਜਿਉਂ ਕਾ ਪੁਰਖ ਪੁਚਾਰੈ ਨਾਰੀ, ਜਿਵੇਂ ਕਾ ਪੁਰਖ ਨੀਚ ਪੁਰਖ ਨਿਸਰਦਕ ਹੈ। ਜਿਸ ਦੀ ਵੇਦਾਂ ਸ਼ਾਸਤਰਾਂ ਗੁਰੂ ਇਸ਼ਟ ਤੇ ਸਰਦਾ ਨਹੀਂ, ਭਾਵ ਸਰਦਾ ਤੋਂ ਹੀਣੇ ਹਨ, ਉਹਨਾਂ ਨੂੰ ਕੁਝ ਵੀ ਪ੍ਰਾਪਤ ਨਹੀਂ ਹੁੰਦਾ। ਕਿ ਬੈਲ ਕੋ ਨੇਤਰਾ ਪਾਏ ਦੁਹਾਵੈ, ਇੱਕ ਬਲਦ ਦੀ ਨਿਆਈ ਆਲਸੀ ਆਦਮੀ ਹਨ, ਜੋ ਕਿਸੇ ਵੀ ਸ਼ੁਭ ਕਰਮ ਲਈ ਉਦਮ ਨਹੀਂ ਕਰਦੇ, ਅਤੇ ਇੱਕ ਸਮ ਦਮ ਸਾਧਨਾ ਰੂਪੀ ਰੱਸੀ ਨੂੰ ਪਾ ਕੇ ਬ੍ਰਹਮਾਕਾਰ ਬਿਰਤੀ ਰੂਪ ਗਊ ਤੋਂ ਬ੍ਰਹਮਾਨੰਦ ਰੂਪੀ ਦੁੱਧ ਚੋਣ ਵਾਲੇ ਹਨ। ਇਸ ਪ੍ਰਕਾਰ ਦੋਹਾਂ ਦਾ ਮਿਲਾਪ ਨਹੀਂ ਬਣਦਾ। ਗਊ ਚਰ ਸਿੰਘ ਪਾਛੈ ਪਵੈ, ਇੱਕ ਇੰਦਰੀਆਂ ਰੂਪੀ ਗਾਵਾਂ ਨੂੰ ਵਿਸ਼ਿਆਂ ਰੂਪੀ ਘਾਹ ਚਰਾਉਣ ਵਾਲੇ ਸਾਖਤ ਪੁਰਸ਼ ਹਨ। ਇੱਕ ਪਾਸੇ ਸੰਤ ਜਨ ਸ੍ਰੇਸ਼ਟ ਭਾਵ ਸੁੱਧ ਬ੍ਰਹਮ ਦੀ ਪ੍ਰਾਪਤੀ ਲਈ ਆਪਣੇ ਆਪ ਨੂੰ ਸਾਧ ਸੰਗਤ ਦੇ ਪਿੱਛੇ ਪਾਉਂਦੇ ਹਨ। ਕਿ ਕਹੋ ਨਾਨਕ ਹਮ ਇਹ ਹਵਾਲਾ, ਰਾਖ ਸੰਤਨ ਕੈ ਪਾਛੈ। ਕਿ ਮਹਾਰਾਜ ਜੀ ਅੱਗੇ ਸਮਝਾ ਰਹੇ ਹਨ, ਗਾਡਰਲੇ ਕਾਮ ਧੇਨ ਕਰ ਪੂਜੀ, ਇੱਕ ਭੇਡਾਂ ਨੂੰ ਲੈ ਕਰਕੇ ਪੂਜਣ ਵਾਲਾ ਹੈ, ਭਾਵ ਭੇਡਾਂ ਦੀ ਨਿਆਈ ਆ ਭਗਤ ਪੁਰਖ ਹੈ, ਅਤੇ ਭੂਤਾਂ ਪ੍ਰੇਤਾਂ ਆਦਿਕ ਦੀ ਪੂਜਾ ਕਰਨ ਵਾਲਾ ਹੈ, ਅਤੇ ਦੂਜੇ ਸੰਤ ਜਨ ਕਾਮ ਧੇਨ ਸਾਰੀਆਂ ਕਾਮਨਾਵਾਂ ਪੂਰੀਆਂ ਕਰਨ ਵਾਲੀ ਪਰਮੇਸ਼ਰ ਦੀ ਭਗਤੀ ਹੈ, ਉਸ ਦਾ ਪੂਜਨ ਕਰਨ ਵਾਲੇ ਹਨ। ਇਹ ਇਸ ਪ੍ਰਕਾਰ ਇੱਕ ਸਾਖਤ ਪੁਰਸ਼ ਤਾਂ ਭੂਤਾਂ ਪ੍ਰੇਤਾਂ ਦੇ ਉਪਾਸਕ ਹਨ, ਦੂਜੇ ਸੰਤ ਜਨ ਸਤ ਸੰਗੀ ਹਨ, ਦੋਵਾਂ ਦਾ ਸਾਥ ਨਹੀਂ ਬਣਦਾ। ਮਹਾਰਾਜ ਜੀ ਨੇ ਬੜੇ ਹੀ ਵਿਸਥਾਰ ਦੇ ਨਾਲ ਸਮਝਾਉਣਾ ਕੀਤਾ ਹੈ। ਸੌਦੇ ਕੋ ਧਾਵੈ ਬਿਨ ਪੂੰਜੀ, ਇੱਕ ਸੰਤ ਜਨ ਤਾਂ ਪ੍ਰੀਤੀ ਰੂਪੀ ਰਾਸ਼ੀ ਲੈ ਕੇ ਸਾਧ ਸੰਗਤ ਵਿੱਚ ਨਾਮ ਰੂਪੀ ਸੌਦੇ ਨੂੰ ਲੈਣ ਵਾਸਤੇ ਦੌੜ ਕੇ ਜਾਂਦੇ ਹਨ। ਇੱਕ ਬਿਨਾਂ ਪ੍ਰੀਤੀ ਤੋਂ ਸਤ ਸੰਗਤ ਵਿੱਚ ਆ ਜਾਂਦੇ ਹਨ, ਉਹਨਾਂ ਨੂੰ ਕੁਝ ਵੀ ਪ੍ਰਾਪਤ ਨਹੀਂ ਹੁੰਦਾ। ਬਿਨ ਪ੍ਰੀਤੀ ਕਰਹਿ ਬਹੁ ਬਾਤਾਂ, ਕੂੜ ਬੋਲ ਕੂੜੋ ਫਲ ਪਾਵੈ। ਇਸ ਪ੍ਰਕਾਰ ਹਰੀ ਦੇ ਦਾਸ ਸਾਗਤ ਪੁਰਸ਼ਾਂ ਦਾ ਸੰਗ ਨਹੀਂ ਕਰਦੇ। ਮਹਾਰਾਜ ਜੀ ਨੇ ਬੜੇ ਹੀ ਵਿਸਥਾਰ ਦੇ ਨਾਲ ਗੁਰਬਾਣੀ ਦੁਆਰਾ ਸਮਝਾਉਣਾ ਕੀਤਾ ਹੈ ਕਿ ਨਾਨਕ ਰਾਮ ਨਾਮ ਜਪ ਚੀਤ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹਨਾਂ ਦੇ ਚਿੱਤ ਪਰਮੇਸ਼ਰ ਦੇ ਨਾਮ ਨੂੰ ਜਪਦੇ ਹਨ। ਹੇ ਭਾਈ, ਵਾਹਿਗੁਰੂ ਦੇ ਨਾਮ ਨੂੰ ਚਿੱਤ ਦੀ ਬਿਰਤੀ ਇਕਾਗਰ ਕਰਕੇ ਜਪਣਾ ਕਰੋ। ਮਹਾਰਾਜ ਜੀ ਨੇ ਬੜੇ ਹੀ ਵਿਸਥਾਰ ਦੇ ਨਾਲ ਸਮਝਾਉਣਾ ਕੀਤਾ ਹੈ ਕਿ ਵਾਹਿਗੁਰੂ ਦੇ ਨਾਮ ਨੂੰ ਚਿੱਤ ਦੀ ਬਿਰਤੀ ਇਕਾਗਰ ਕਰਕੇ ਜਪਣਾ ਕਰੋ। ਫਿਰ ਪਰਮੇਸ਼ਰ ਦਾ ਨਾਮ ਜੇ ਹਿਰਦੇ ਵਿੱਚ ਵਸ ਜਾਏ ਤਾਂ ਲੋਕ ਸੁਖੀਏ ਪਰਲੋਕ ਸਹੇਲੇ ਹੋ ਜਾਂਦਾ ਹੈ। ਹੋਈਆਂ ਭੁੱਲਾਂ ਦੀ ਖਿਮਾ ਸਮਾ ਹੋ ਚੁੱਕਿਆ ਹੈ। ਆਓ